ਤਾਂ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। ਥੈਂਕ ਯੂ ਵਿਜੇ ਜੀ, ਤੁਹਾਡਾ ਅਤੇ ਕਨੈਕਟ FM ਦਾ ਬਹੁਤ ਬਹੁਤ ਧੰਨਵਾਦ ਇੱਥੇ ਸੱਦਣ ਵਾਸਤੇ। ਜੀ ਬਹੁਤ ਮਿਹਰਬਾਨੀ। ਅੱਛਾ, ਹੁਣ ਤਬਦੀਲੀਆਂ ਬਹੁਤ ਆਈਆਂ। ਪਿਛਲਾ ਸਾਲ ਵੈਸੇ ਹੀ ਅਨਪ੍ਰੈਸੀਡੈਂਟਡ ਰਿਹਾ ਬਹੁਤ ਸਾਰੀਆਂ ਇੰਡਸਟਰੀਜ਼ ਲਈ। ਕੰਸਟਰਕਸ਼ਨ ਇੰਡਸਟਰੀ ਵਾਸਤੇ ਵੀ ਜਿਹੜਾ ਹੁਣ ਕੋਵਿਡ ਪ੍ਰੋਟੋਕੋਲ ਰਹੇ ਉਸਨੇ ਤਾਂ ਹਰ ਇੰਡਸਟਰੀ ਨੂੰ ਪ੍ਰਭਾਵਿਤ ਕੀਤਾ ਹੀ ਆ। ਪਰ ਨਾਲ ਦੀ ਨਾਲ ਜਿਹੜੇ ਕੰਸਟਰਕਸ਼ਨ ਕੋਡ ਦੇ ਵਿੱਚ ਤਬਦੀਲੀ ਨਿਰੰਤਰ ਆਉਂਦੀ ਜਾ ਰਹੀ ਹੈ, ਉਹਦੇ ਕਰਕੇ ਨਵੀਂ ਟੈਕਨੋਲੋਜੀ ਕਾਫੀ ਕੁਝ ਆ ਰਿਹਾ। ਜਿਹੜਾ ਸਟੈਪ ਕੋਡ ਆ ਉਹਦੇ ਵਿੱਚ ਹੁਣ ਜੋ ਆਉਂਦੇ ਸਮੇਂ ਦੇ ਵਿੱਚ ਤਬਦੀਲੀਆਂ ਨੇ, ਆਪਣੇ ਆਪ ਨੂੰ ਅਡੈਪਟ ਕਰਨ ਲਈ ਕੰਸਟਰਕਸ਼ਨ ਇੰਡਸਟਰੀ ਨੂੰ ਕਿਸ ਤਰ੍ਹਾਂ ਦੀ ਟੈਕਨੋਲੋਜੀ ਦਾ ਸਹਾਰਾ ਲੈਣਾ ਪੈਣਾ, ਉਹਦੇ ਬਾਰੇ ਦੱਸੋ ਜੀ। ਵਿਜੇ ਜੀ, ਜਿਹੜਾ ਸਟੈਪ ਕੋਡ ਆ, ਦੋ ਤਰ੍ਹਾਂ ਦੇ ਆਪਾਂ ਜਿਹੜੇ ਕੋਡ ਆ ਫਾਲੋ ਕਰਦੇ ਹਾਂ ਕੈਨੇਡਾ ਦੇ ਵਿੱਚ। ਇੱਕ ਤੁਹਾਡਾ ਹੁੰਦਾ ਬ੍ਰਿਟਿਸ਼ ਕੋਲੰਬੀਆ ਦਾ ਕੋਡ ਜਾਂ ਐਵਰੀ ਪ੍ਰੋਵਿੰਸ ਦਾ ਕੋਡ ਹੁੰਦਾ। ਇੱਕ ਨੈਸ਼ਨਲ ਬਿਲਡਿੰਗ ਕੋਡ ਹੁੰਦਾ। ਓਕੇ, ਜਿਹੜਾ ਨੈਸ਼ਨਲ ਬਿਲਡਿੰਗ ਕੋਡ ਆ, ਉਹਨਾਂ ਨੇ ਕਿਹਾ ਵੀ 2028 ਤੱਕ ਵੀ ਗੋਣਾ ਬੀ ਨੈਟ ਜ਼ੀਰੋ। ਦੈਟ ਮੀਨ ਵੀ ਜਿੰਨੀ ਤੁਹਾਡੀ ਬਿਲਡਿੰਗ ਜਾਂ ਜਿਹੜਾ ਘਰ ਆ ਤੁਹਾਡਾ, ਜਿੰਨੀ ਐਨਰਜੀ ਕੰਜ਼ਿਊਮ ਕਰਦਾ ਉਹ ਓਨੀ ਉਹ ਪ੍ਰੋਡਿਊਸ ਕਰੇ ਵੀਆ ਸੋਲਰ, ਵੀਆ ਹੈਵੀ ਇਨਸੂਲੇਸ਼ਨ ਐਕਸੈਟਰਾ। BC ਬਿਲਡਿੰਗ ਕੋਡ ਕਹਿੰਦੇ 2032 ਵੀ ਗੋਣਾ ਬੀ ਨੈਟ ਜ਼ੀਰੋ। ਓਕੇ, ਸੋ ਇਹਨਾਂ ਨੇ ਜਦੋਂ ਇਹ ਕੋਡ ਇੰਪਲੀਮੈਂਟ ਕੀਤੇ ਆ, ਅਤੇ ਇਹ ਚਾਹੁੰਦੇ ਨਹੀਂ ਸੀਗੇ ਵੀ ਇੱਕਦਮ ਹੀ ਵੀ ਕਾਫੀ ਵੱਡੀ ਸਾਰੀ ਚੇਂਜ ਲਿਆਂਦੀ ਜਾਵੇ ਅਤੇ ਜਿਹਦੇ ਨਾਲ ਜਿਹੜੀ ਕੰਜ਼ਿਊਮਰ ਇੰਡਸਟਰੀ ਆ ਜਾਂ ਜਿਹੜੇ ਵਰਕਰ ਆ ਜਾਂ ਬਿਲਡਰਸ ਆ ਉਹ ਕਨਫਿਊਜ਼ ਹੋ ਜਾਣ, ਜਾਂ ਉਹਨਾਂ ਨੂੰ ਉਹ ਚੀਜ਼ ਨਾਲ ਆਪਣੀ ਸਹਿਮਤੀ ਹੋਣਾ ਜ਼ਰੂਰੀ, ਟਾਈਮ ਲੱਗੇ ਉਹਨੂੰ। ਫੇਜ਼ ਮੈਨੇਜ ਕੀਤਾ। ਸੋ ਜਿਹੜਾ ਸਟੈਪ 1 ਆ ਵਿਜੇ ਜੀ, ਉਹ ਹੈਗਾ ਵੀ ਜਿੱਦਾਂ ਆਪਾਂ ਪਹਿਲਾਂ ਘਰ ਬਣਾਉਂਦੇ ਸੀ, ਜੇ ਉਹਦੇ ਵਿੱਚ ਤੁਸੀਂ HRV ਲਾ ਦਿੰਦੇ ਆ। ਹਾਂਜੀ, HRV ਹੈਗਾ ਹੀਟ ਰਿਕਵਰੀ ਵੈਂਟੀਲੇਸ਼ਨ ਜੀ। HRV ਲਾ ਦਿੰਦੇ, ਉਹ ਸਟੈਪ ਕੋਡ ਨੂੰ ਮੀਟ ਕਰਦਾ ਉਹ। ਜਾਣੀ ਉਹ ਸਟੈਪ ਕੋਡ ਦੇ ਹੈਗਾ ਵੀ ਜੇ ਉਹਦੀ 100 ਐਫੀਸ਼ੀਐਂਸੀ ਲੈ ਲਈਏ ਤਾਂ ਉਹ 68 ਤੇ ਚੱਲਦੇ ਆ ਉਹ ਘਰ ਜਿਹੜੇ ਹੈਗੇ ਆ। ਤਾਂ ਉਹ ਫਿਰ ਉਹ ਤੋਂ ਬਾਅਦ ਉਹਨਾਂ ਨੇ ਹੁਣ ਹੌਲੀ ਹੌਲੀ ਹੁਣ ਬਹੁਤ ਸਾਰੀ ਮਿਊਨਸੀਪੈਲਿਟੀਆਂ ਨੂੰ, ਪਰ ਇਹਨਾਂ ਨੇ ਨਾਲ ਇਹ ਵੀ ਕਿਹਾ ਵੀ ਜਿਹੜੀ ਮਿਊਨਸੀਪੈਲਿਟੀਜ਼ ਆ ਉਹਨਾਂ ਕੋਲ ਆਪੋ ਆਪਣੇ ਅਧਿਕਾਰ ਹੈਗੇ ਆ ਵੀ ਉਹ ਕਦੋਂ ਇੰਪਲੀਮੈਂਟ ਕਰਨਾ, ਕਿਉਂਕਿ ਇਹ ਅਡਾਪਟ ਕਰਨਾ ਪੈਣਾ ਕੌਂਸਲ ਨੂੰ, ਬਾਏ ਲਾ ਅਡਾਪਟ ਕਰਨਾ ਪੈਂਦਾ ਉਹਦਾ। ਰਾਈਟ। ਕਾਫੀ ਸਿਟੀਜ਼ ਨੇ ਇਹਨੂੰ ਸਟੈਪ 2 ਤੇ ਲੈ ਗਏ ਆ। 2-3 ਸਿਟੀਜ਼ ਜਿਹੜੀਆਂ ਹੈਗੀਆਂ ਸਟੈਪ 3 ਤੇ ਵੀ ਚਲੀਆਂ ਗਈਆਂ। ਅੱਛਾ ਜੀ। ਸੋ ਹੁਣ ਜਦੋਂ ਸਟੈਪ 3 ਤੇ ਜਾਂ ਸਟੈਪ 2 ਤੇ ਤੁਸੀਂ ਜਾਂਦੇ ਆ, ਫਿਰ ਤੁਹਾਨੂੰ ਇੱਕ ਡੋਰ ਫੈਨ ਟੈਸਟ ਕਰਨਾ ਪੈਂਦਾ। ਡੋਰ ਫੈਨ ਟੈਸਟ ਕੀ ਹੈ ਜੀ? ਜਦੋਂ ਤੁਸੀਂ ਘਰ ਬਣਾ ਲੈਂਦੇ ਆ, ਉਹਦੇ ਬਾਹਰ ਆਪਣਾ ਰੈਪ ਕਰ ਲਿਆ, ਜਿੱਦਾਂ ਆਪਾਂ ਪੇਪਰ ਲਾ ਲੈਂਦੇ ਕਹਿੰਦੇ ਆ, ਅੰਦਰ ਇਨਸੂਲੇਸ਼ਨ ਪੈ ਗਈ ਉਹਦੀ। ਜਿਹੜਾ ਐਨਰਜੀ ਕੰਸਲਟੈਂਟ ਆ ਉਹ ਤੁਹਾਨੂੰ ਉਹਦੀ ਰੇਟਿੰਗ ਦੱਸਦਾ ਵੀ ਤੁਹਾਨੂੰ ਕੰਧਾਂ ਦੇ ਵਿੱਚ ਇੰਨੀ ਮੋਟੀ ਇਨਸੂਲੇਸ਼ਨ ਪਾਉਣੀ ਪੈਣੀ ਆ। ਜਿਹੜੀਆਂ ਤੁਹਾਡੀਆਂ ਵਿੰਡੋਜ਼ ਹੋਣੀਆਂ ਉਹ ਟ੍ਰਿਪਲ ਗਲੇਜ਼ ਜਾਂ ਡਬਲ ਗਲੇਜ਼ ਹੋਣੀਆਂ, ਜਾਂ ਤੁਹਾਨੂੰ ਇਹਦੇ ਵਿੱਚ ਹੋਰ ਕੀ ਕੁਛ ਕਰਨਾ ਪੈਣਾ ਜਿਹਦੇ ਵਾਸਤੇ ਤੁਹਾਨੂੰ ਜਿਹੜੀ ਤੁਹਾਡੀ ਐਨਰਜੀ ਆ ਉਹ ਮੀਟ ਕਰੇ ਜੀ। ਫਿਰ ਉਹ ਇਨਸੂਲੇਸ਼ਨ ਸਟੇਜ ਦੇ ਉੱਪਰ ਆਣ ਕੇ ਜਦੋਂ ਇਨਸੂਲੇਸ਼ਨ ਪੈ ਜਾਂਦੀ ਆ ਅਤੇ ਅੰਦਰ ਪੌਲੀ ਲੱਗ ਜਾਂਦੀ, ਜਿਹਨੂੰ ਆਪਾਂ ਕਹਿ ਦਿੰਦੇ ਆ ਜੀ, ਉਹ ਫਿਰ ਡੋਰ ਫੈਨ ਟੈਸਟ ਕਰਦੇ ਆ। ਡੋਰ ਫੈਨ ਟੈਸਟ ਹੈਗਾ ਉਹ ਨੈਗੇਟਿਵ ਏਅਰ ਕ੍ਰੀਏਟ ਕਰਦਾ ਘਰ ਦੇ ਵਿੱਚ। ਉਹ ਫਿਰ ਦੇਖਦੇ ਆ ਵੀ ਘਰ ਦੇ ਵਿੱਚ ਏਅਰ ਕਿੱਥੋਂ ਲੀਕ ਹੋ ਕੇ, ਬਾਹਰਲੀ ਏਅਰ ਕਿੱਥੋਂ ਲੀਕ ਹੋ ਕੇ ਅੰਦਰ ਆਉਂਦੀ ਆ। ਹਾਂਜੀ, ਉਹ ਫਿਰ ਉਹਨੂੰ ਕੀ ਕਰਦੇ ਆ ਵੀ ਫਰੰਟ ਡੋਰ ਨੂੰ ਖੋਲ੍ਹ ਕੇ ਉਹਦੇ 'ਤੇ ਇੱਕ ਡੋਰ ਸਪੈਸ਼ਲ ਲਾਉਂਦੇ ਆ, ਅਤੇ ਉਹ 'ਚ ਉਹਦਾ ਫੈਨ ਲਾਇਆ ਹੁੰਦਾ ਜਿਹੜਾ ਰਿਵਰਸ ਏਅਰ ਸਕ ਕਰਦਾ ਬਾਹਰ ਨੂੰ। ਅਤੇ ਫਿਰ ਅੰਦਰ ਬੰਦਾ ਜਿਹੜਾ ਹੁੰਦਾ ਉਹਦੇ ਕੋਲ ਸਮੋਕ ਪੈਨਸਲ ਹੁੰਦੀ ਆ, ਉਹ ਲੈ ਕੇ ਅਤੇ ਜਿੱਥੇ ਓਪਨਿੰਗ ਹੁੰਦੀ ਆ, ਜਿੱਥੋਂ ਕੋਈ ਤਾਰ ਨਿਕਲੀ ਆ, ਪਲੱਗ ਨਿਕਲਿਆ, ਕੋਈ ਆਪਣਾ ਵੈਂਟ ਨਿਕਲਿਆ, ਕੋਈ ਕੱਟ ਲੱਗਾ ਪੌਲੀ ਦੇ ਵਿੱਚ, ਉੱਥੇ ਵੀ ਦੇਖਦਾ, ਫਿਰ ਉੱਥੋਂ ਸ਼ੋਅ ਕਰਦੇ ਆ ਵੀ ਇੱਥੋਂ ਲੀਕ ਹੁੰਦੀ ਹੈ, ਉੱਥੋਂ ਰੀਡਿੰਗ ਲੈਂਦੇ ਨੇ। ਅੱਛਾ, ਫਿਰ ਜਿਵੇਂ ਲਾਈਟਾਂ ਵਗੈਰਾ ਅੱਜ ਕੱਲ੍ਹ ਕਾਫੀ ਲੱਗਦੀਆਂ ਨੇ, ਜਾਂ ਫਿਰ ਆਪਣੇ ਗੈਜਟਸ ਵਾਸਤੇ ਹੁਣ ਥਾਂ ਤੇ USB ਪੋਰਟ ਘਰਾਂ 'ਚ ਲੱਗ ਗਏ ਨੇ। ਸੋ ਇਹਦਾ ਮਤਲਬ ਇਹ ਹੋਇਆ ਕਿ ਉਹ ਰੀਡਿੰਗਸ ਉਹਨੂੰ ਮੀਟ ਵਿਦ ਕਰਨਾ, ਉਹਨੂੰ ਸੈਟਿਸਫਾਈ ਕਰਨਾ ਬੜਾ ਔਖਾ ਹੋਏਗਾ ਜੀ। ਜਿਹੜੀਆਂ ਹੁਣ ਬਾਹਰਲੀਆਂ ਕੰਧਾਂ ਦੇ ਵਿੱਚ ਵਿਜੇ ਜੀ ਪਲੱਗ ਲੱਗਦੇ ਆ, ਉਹਨਾਂ ਨੂੰ ਉਹ ਕੰਸੀਲਡ ਪਲੱਗ ਕਹਿੰਦੇ ਆ। ਉਹ ਸੀਲਡ ਹੁੰਦੇ ਆ ਬਾਹਰ। ਤੁਸੀਂ ਦੇਖੋਗੇ ਇੱਕ ਪਲੱਗ ਯੈਲੋ ਕਲਰ ਦਾ ਜਾਂ ਗ੍ਰੇ ਕਲਰ ਦਾ, ਇੱਕ ਦੇ ਮਗਲੇ ਪਾਸੇ ਕਾਲੀਆਂ ਟੇਪਾਂ ਵਗੈਰਾ ਲੱਗੀਆਂ ਹੁੰਦੀਆਂ, ਜਾਂ ਉਹਨਾਂ ਦੇ ਦੁਆਲੇ ਗੈਸਕਟ ਲੱਗਾ ਹੁੰਦਾ। ਇਸੇ ਤਰ੍ਹਾਂ ਜਿਹੜੀਆਂ ਪੋਟ ਲਾਈਟਸ ਹੈਗੀਆਂ, ਇਹਨਾਂ ਦੁਆਲੇ ਏਅਰ ਟਾਈਟਨੈਸ ਗੈਸਕਟ ਆ। ਜਾਂ ਮਿਊਨਸੀਪੈਲਿਟੀਜ਼ ਕਹਿੰਦੇ ਉੱਤੇ ਬੂਟ ਪਾਓ, ਵੀ ਉੱਦਾਂ ਇੱਕ ਬੂਟ ਬਣਿਆ ਹੁੰਦਾ ਜਿਹੜਾ ਆਪਣਾ ਪਲਾਸਟਿਕ ਦਾ, ਉਹ ਪਾਉਂਦੇ ਆ। ਸੋ ਉਹ ਚੀਜ਼ਾਂ ਨੂੰ ਆਪਣਾ ਸਾਰਾ ਕੁਛ ਅਚੀਵ ਕਰਨ ਵਾਸਤੇ ਪਹਿਲਾਂ ਤੁਹਾਨੂੰ ਉਹ ਏਅਰ ਟਾਈਟਨੈਸ ਕਰਨੀ ਪੈਣੀ ਆ। ਅਗਰ ਉਹ ਜੇ ਤੁਸੀਂ ਨਹੀਂ ਕਰਦੇ ਅਤੇ ਫਾਈਨਲ 'ਤੇ ਚਲੇ ਜਾਂਦੇ ਆ, ਫਿਰ ਉਦੋਂ ਨੂੰ ਤਾਂ ਡਰਾਈਵਾਲ ਲੱਗੀ ਆ, ਪੇਂਟ ਹੋਇਆ, ਕੈਬਨਟਾਂ ਲੱਗੀਆਂ। ਸੋ ਇਹ ਚੀਜ਼ਾਂ ਦਾ ਬਹੁਤ ਖਿਆਲ ਰੱਖਣਾ ਪੈਣਾ। ਇੱਕ ਜਿਹੜੀ ਮੇਜਰ ਚੀਜ਼ ਆ ਇਹਦੇ ਵਿੱਚ ਜੀ, ਵੀ ਜਦੋਂ ਨਾ ਆਪਾਂ ਬਣੇ ਹੋਏ ਘਰ ਦੇ ਵਿੱਚ ਕਈ ਵਾਰੀ ਕੋਈ ਚੀਜ਼ ਸਪੋਜ਼ਲੀ ਕੋਈ ਦੱਬੀ ਰਹਿ ਗਈ ਕੰਧ ਦੇ ਵਿੱਚ, ਜਾਂ ਆਪਾਂ ਇੱਥੇ ਸੋਚਿਆ ਵੀ ਇੱਥੇ ਟੈਪ ਸੀਗੀ ਜਾਂ ਇੱਥੇ ਪਲੱਗ ਸੀਗਾ, ਉਹ ਲੁਕਿਆ ਰਹਿ ਗਿਆ ਡਰਾਈਵਾਲ ਦੇ ਪਿੱਛੇ, ਇਹ ਨਹੀਂ ਵੀ ਆਰੀ ਚੱਕੀ ਤੇ ਉਹਨੂੰ ਵੱਢਤਾ, ਕਿਉਂਕਿ ਹੁਣ ਉਹਨੂੰ ਸੀਲ ਕਿੱਦਾਂ ਕਰਨਾ ਰਾਉਂਡ। ਸੋ ਉਹ ਚੀਜ਼ਾਂ ਪਹਿਲਾਂ ਹੀ ਖਿਆਲ ਰੱਖਣੀਆਂ ਪੈਣੀਆਂ। ਸੋ ਇਹ ਜਿਹੜੀ ਹੈਗੀ ਸਟੈਪ ਕੋਡ ਦੇ ਵਿੱਚ ਏਅਰ ਟੈਸਟ ਆ, ਜਿਹੜਾ ਏਅਰ ਡੋਰ ਫੈਨ ਟੈਸਟ ਆ, ਉਹ ਹੁਣ ਕਰਵਾਉਣਾ ਇਹਨਾਂ ਨੇ, ਅਤੇ ਉਹਦੀ ਰੀਡਿੰਗ ਲਿਆ ਕਰਨੀ ਆ। ਅਗਰ ਉਹ ਰੀਡਿੰਗ ਨਹੀਂ ਮੀਟ ਕਰਦੀ ਤਾਂ ਉਹ ਘਰ ਨੂੰ ਆਕੂਪੈਂਸੀ ਦੇ ਵਿੱਚ ਡਿਲੇ ਹੋ ਸਕਦਾ, ਜਿੰਨਾ ਚਿਰ ਉਹ ਫਿਕਸ ਨਹੀਂ ਕਰਦੇ, ਜਾਂ ਉਹ ਫੇਲ ਵੀ ਹੋ ਸਕਦਾ ਘਰ। ਸੋ ਜਿਹੜਾ ਪਲੈਨਿੰਗ ਵਾਲਾ ਸਟੈਪ ਹੈ ਉਹ ਹੋਰ ਵੀ ਜ਼ਿਆਦਾ ਉਹਨੂੰ ਡਿਲੀਜੈਂਟਲੀ ਕਰਨਾ ਹੋਰ ਜ਼ਰੂਰੀ ਹੋ ਗਿਆ ਜੀ। ਜੀ, ਅੱਛਾ, ਹੁਣ ਨਵੀਂ ਟੈਕਨੋਲੋਜੀ ਦੀ ਜੇ ਗੱਲ ਕਰੀਏ, ਹੁਣ ਇੱਕ ਇਨਸੂਲੇਟਿਡ ਕੰਕਰੀਟ ਫਾਰਮਸ,
ਉਹ ਨਾਰਥ ਅਮਰੀਕਾ ਦੇ ਕਈ ਰੀਜਨਸ ਦੇ ਵਿੱਚ ਆਲਰੇਡੀ ਉਸ ਨੂੰ ਇਸਤੇਮਾਲ ਕੀਤਾ ਜਾ ਰਿਹਾ। ਇਨਸੂਲੇਟਡ ਕੰਕਰੀਟ ਫਾਰਮ ਹੈ ਕੀ, ਮਤਲਬ ਇਹਦੇ ਵਿੱਚ ਹੁਣ ਫਾਊਂਡੇਸ਼ਨ ਦੇ ਵਿੱਚ ਇਹ ਉਹਦੇ ਵਿੱਚ ਥਰਮਾਕੋਲ ਜਾਂ ਕੋਈ ਆਈ ਥਿੰਕ ਉਹਦੀ ਇਨਸੂਲੇਸ਼ਨ ਕੀਤੀ ਹੁੰਦੀ, ਉਹਦੇ ਵਿੱਚ ਫਿਰ ਕੰਕਰੀਟ ਪੋਰ ਕੀਤੀ ਜਾਂਦੀ ਆ ਜੀ। ਵਿਜੇ ਜਿਹੜਾ ਪਹਿਲਾਂ ਆਪਾਂ ਜਿਹੜਾ ਆਪਣਾ ਕਾਮਨ ਸਿਸਟਮ ਹੈ ਉਹ ਹੈਗਾ ਵੀ ਆਪਾਂ ਉਹ ਪਲਾਈਵੁੱਡ ਦੇ ਉਹਨੂੰ ਕਾਲਮ ਕਹਿ ਦਿੰਦੇ ਜਾਂ ਆਪਾਂ ਉਹਨੂੰ ਫਾਰਮ ਕਹਿ ਦਿੰਦੇ, ਉਹ ਰੈਂਟ ਕਰ ਲੈਂਦੇ ਆ। ਹਾਂਜੀ, ਉਹ ਫਾਰਮਾਂ ਦੇ ਵਿਚਾਲੇ ਆਪਾਂ ਕੰਕਰੀਟ ਪਾ ਲੈਂਦੇ ਜਦੋਂ ਬੇਸਮੈਂਟ ਬਣਾਉਣੀ ਆ, ਚਾਹੇ ਉਹ ਬੇਸਮੈਂਟ ਇਨ ਗਰਾਊਂਡ ਆ, ਚਾਹੇ ਉਹ ਥੋੜ੍ਹੀ ਜਿਹੀ ਘੱਟ ਆ, ਚਾਹੇ ਉਹ 8 ਫੁੱਟ ਆ ਵਿੱਚ ਉਹ ਗਰਾਊਂਡ ਦੇ, ਅਤੇ ਉਹਦੇ ਵਿਚਾਲੇ ਕੰਕਰੀਟ ਪਾ ਕੇ ਫਿਰ ਆਪਾਂ ਉਹਨੂੰ ਸਟ੍ਰਿਪ ਕਰ ਦਿੰਦੇ ਸੀ ਜੀ। ਪਰ ਜਿਹੜੀ ਕੰਕਰੀਟ ਦੀ ਆਰ ਵੈਲਿਊ ਆ ਉਹ ਬਹੁਤ ਲੋ ਆ। ਹਾਂਜੀ, ਫਿਰ ਉਹਨੂੰ ਕੀ ਕਰਦੇ ਸੀ, ਉਹਦੇ ਅੰਦਰਲੇ ਪਾਸੇ ਆਪਾਂ ਇੱਕ ਲੱਕੜ ਦੀ, ਜਦੋਂ ਬੇਸਮੈਂਟ ਆਪਾਂ ਫਰੇਮ ਕਰਦੇ ਹਾਂ, ਬੇਸਮੈਂਟ ਦੇ ਵਿੱਚ ਅੰਦਰਲੇ ਪਾਸੇ ਲੱਕੜ ਦੀ 2x4 ਕੰਧ ਬਣਾਉਂਦੇ ਹਾਂ, ਫਿਰ ਉਹਦੇ 'ਚ ਆਪਾਂ ਇੰਸੂਲੇਸ਼ਨ ਪਾ ਦਿੰਦੇ ਹਾਂ, ਫਿਰ ਉਹਦੇ 'ਚ ਆਪਾਂ ਬਾਹਰਲੇ ਪਾਸੇ ਪੌਲੀ ਲਾ ਦਿੰਦੇ ਹਾਂ। ਪਰ ਉਹਦੀ ਬਰੀਥਿੰਗ ਆ ਜਿਹੜੀ ਉਹ ਬਹੁਤ ਡਿਫੀਕਲਟ ਆ, ਕਿਉਂਕਿ ਕੰਕਰੀਟ ਆ ਜਿਹੜੀ ਉਹ ਪੋਰਸ ਆ, ਕੰਕਰੀਟ ਬਰੀਥ ਕਰਦੀ ਆ, ਅਤੇ ਉਹ ਫਿਰ ਅੰਦਰਲੇ ਪਾਸੇ ਉਹ ਜਦੋਂ ਬਾਹਰਲਾ ਮੋਇਸਚਰ ਸੀ ਉਹਨੂੰ ਉਸ ਕਰਕੇ, ਪਰ ਉਹ ਅਚੀਵ ਨਹੀਂ ਸੀ ਕਰਦੀ, ਕਿਉਂਕਿ ਉਹਨੂੰ ਪੋਲੀ ਬੈਗ ਜਾਂ ਵੈਟ ਬੈਗ ਕਹਿ ਦਿੰਦੇ ਸੀਗੇ ਜਿਹੜੀ ਸਲੈਂਗ ਲੈਂਗੁਏਜ ਦੇ ਵਿੱਚ। ਫਿਰ ਜਿਹੜੇ ICF ਹੈਗੇ ਆ ਉਹਨਾਂ ਦੀ ਜਿਹੜੀ ਆਰ ਵੈਲਿਊ ਆ, ਉਹ ICF ਕੀ ਆ ਜੀ, ਉਹ ਲੈਗੋ ਬਲਾਕ ਵਾਂਗੂ ਵਿਚਾਲਿਓਂ ਖਾਲੀ ਆ, ਜਿੱਦਾਂ ਐਚ ਬਣੀ ਹੁੰਦੀ ਆ, ਅਤੇ ਉਹ ਦੋਨੀ ਪਾਸੇ ਇਨਸੂਲੇਸ਼ਨ ਲੱਗੀ ਉਹਦੇ, ਅਤੇ ਉਹਨੂੰ ਤੁਸੀਂ ਬਲਾਕ ਵਾਂਗੂ ਸਟੈਕ ਕਰਦੇ ਜਾਣਾ, ਜਿੱਥੇ ਜਾਣਾ ਅਤੇ ਉਹਦੇ ਵਿਚਾਲੇ ਰੀਬਾਰ ਪੈਂਦੀ ਜਾਣੀ ਆ, ਅਤੇ ਫਿਰ ਉਹਦੇ ਵਿਚਾਲੇ ਕੰਕਰੀਟ ਪਾ ਦੇਣੀ ਆ ਤੁਸੀਂ। ਉਹ ਕੰਕਰੀਟ ਥੋੜ੍ਹੀ ਜਿਹੀ ਦੂਜੀ ਕੰਕਰੀਟ ਨਾਲੋਂ ਪਤਲੀ ਪੈਣੀ ਆ, ਕਿਉਂਕਿ ਉਹਦੇ ਏਅਰ ਬਬਲਸ ਵਗੈਰਾ ਜਾਂ ਉਹਦੀ ਜਿਹੜੀ ਹੈਗੀ ਆ ਵਾਈਬ੍ਰੇਸ਼ਨ ਆ ਉਹ ਆ। ਫਿਰ ਜਦੋਂ ਪੈ ਜਾਣੀ ਉਹਨੂੰ ਖੋਲ੍ਹਣਾ ਨਹੀਂ ਤੁਸੀਂ, ਉਹਨੂੰ ਵਿੱਚ ਹੀ ਰਹਿਣ ਦੇਣੇ ਉਹ ਫਾਰਮ। ਉਹਦੇ ਬਾਹਰਲੇ ਪਾਸੇ ਤੁਸੀਂ ਉਹਨੂੰ ਵਾਟਰਪ੍ਰੂਫ ਕਰਨਾ, ਚਾਹੇ ਉਹਨੂੰ ਪੀਲਨ ਸਟਿਕ ਨਾਲ ਕਰ ਲਓ, ਚਾਹੇ ਸੁਪਰੀਮੋ, ਚਾਹੇ ਡਿਫਰੈਂਟ ਮਟੀਰੀਅਲ ਹੈਗੇ ਆ ਉਹਨੂੰ ਕਰਕੇ, ਪਰ ਉਹਦੇ ਅੰਦਰ ਤੁਹਾਨੂੰ ਫਿਰ ਉਹ ਦੁਬਾਰਾ ਲੱਕੜ ਦੀ ਕੰਧ ਨਹੀਂ ਬਣਾਉਣੀ ਪੈਂਦੀ, ਕਿਉਂਕਿ ਇਨਸੂਲੇਸ਼ਨ ਉਹਦੇ ਵਿੱਚ ਹੈਗੀ ਆ। ਪਰ ਉਹਦੀ ਜਿਹੜੀ ਆਰ ਵੈਲਿਊ ਆ ਬਹੁਤ ਗ੍ਰੇਟੈਸਟ ਆ ਉਹਦੀ। ਉਹ ਜਦ ਆਰ ਵੈਲਿਊ ਆਮ ਲਿਸਨਰ ਦੇ ਬੈਨੀਫਿਟ ਵਾਸਤੇ ਉਹ ਹੁੰਦਾ ਵੀ ਉਹਦੇ ਵਿੱਚੋਂ ਕਿੰਨਾ ਹੀ ਹੀਟ ਬਾਹਰ ਨਿਕਲਦੀ ਆ ਜੀ, ਉਹ ਰੈਜ਼ਿਸਟੈਂਸ ਵੈਲਿਊ ਕਹਿੰਦੇ, ਰੈਜ਼ਿਸਟੈਂਸ ਵੈਲਿਊ। ਸੋ ਰੈਜ਼ਿਸਟੈਂਸ ਵੈਲਿਊ ਜਿਹੜੀ ਆਰ ਵੈਲਿਊ, ਜਿੱਦਾਂ ਨਾ ਵਿਜੇ ਜੀ ਵੀ ਤੁਸੀਂ ਹੁਣ ਜਿਹੜੀ ਅੱਜ ਦਾ ਕੋਡ ਆ ਉਹ ਕਹਿੰਦਾ ਵੀ R20 ਕੰਧਾਂ 'ਚ ਪੈਣੀ ਚਾਹੀਦੀ ਆ, ਜਿਹੜੀਆਂ ਮੇਨ ਫਲੋਰ ਦੀਆਂ ਜਾਂ ਟੌਪ ਫਲੋਰ ਦੀਆਂ ਕੰਧਾਂ ਹੈਗੀਆਂ। ਸੀਲਿੰਗ ਦੇ ਵਿੱਚ ਡਿਫਰੈਂਟ ਹੁੰਦੀ ਆ ਥੋੜ੍ਹੀ ਜਿਹੀ। ਸੋ ਜਿਹੜੀ R20 ਆ ਉਹ ਜਦੋਂ ਆਪਾਂ ਇਨਸੂਲੇਸ਼ਨ ਵਾਲੇ ਬੈਗ ਖੋਲ੍ਹਦੇ ਹਾਂ, ਜਿਹਦੇ 'ਚ ਉਹ ਵੂਲ ਦੀ ਜਾਂ ਗਲਾਸ ਦੀ ਇੱਦਾਂ ਦੀ ਬਣੀ ਹੁੰਦੀ, ਲੜਦੀ ਹੁੰਦੀ ਉਹ, ਕਿਉਂਕਿ ਇੱਚੀ ਹੁੰਦੀ ਉਹ, ਉਹਦੀ ਜਿਹੜੀ ਵੈਲਿਊ ਹੁੰਦੀ ਆ R20 R19 ਹੁੰਦੀ ਆ। ਪਰ ਜਦੋਂ ਆਪਾਂ ਕੰਧ ਬਣਾਉਂਦੇ ਹਾਂ ਵਿਜੇ ਜੀ, ਹੁਣ ਕੰਧ ਦੇ ਵਿੱਚ ਐਵਰੀ 16 ਇੰਚ 'ਤੇ ਸਟੱਡ ਲੱਗਾ ਹੁੰਦਾ ਲੱਕੜ ਦਾ, ਰਾਈਟ। ਉਹ ਕੰਧ ਫਿਰ ਸੋਲਿਡ 20 ਤਾਂ ਨਾ ਹੋਈ ਉਹ, ਕਿਉਂਕਿ ਉਹਦੇ ਵਿੱਚ ਬ੍ਰੇਕ ਆ ਗਈ, ਉਹ 20 ਆ ਗਈ, 2 ਆ ਗਈ, ਵਿੱਚ ਥੋੜ੍ਹੀ ਜਿਹੀ ਵਿੱਚ 16 ਇੰਚ ਦੀ ਪੈ ਗਈ, ਵਿੱਚ ਪੈ ਗਈ। ਫਿਰ ਉਹਦੀ ਜਿਹੜੀ ਨੋਮੀਨਲ ਆਰ ਵੈਲਿਊ ਆ ਉਹ 15.37 ਦੇ ਲਾਗੇ ਛਾਗੇ ਗਿਣ ਲੈਂਦੇ ਆ। ਜੇ 20 ਆਰ ਪਾਈ ਆ, ਪਰ ਉਹਦੇ 'ਚੋਂ ਲੱਕੜਾਂ ਕੱਢ ਕੇ, ਪਲੱਗ ਕੱਢੇ, ਹੋਰ ਵਿੱਚੋਂ ਡੋਰ ਨਿਕਲ ਗਈ, ਵਿੰਡੋ ਨਿਕਲ ਗਈ, ਫਿਰ ਉਹਦੀ ਜਿਹੜੀ ਨੋਮੀਨਲ ਵਾਲ ਦੀ ਵੈਲਿਊ ਆ ਉਹ R20 ਗਿਣ ਲੈਂਦੇ ਉਹਨੂੰ। ਪਰ ਹੁਣ ਤੁਸੀਂ ਇਹ ਦੇਖੋ ਵੀ ਜਦੋਂ ਤੁਸੀਂ ICF ਨਾਲ ਬਣਾਉਂਦੇ ਆ, ICF ਨਾਲ ਸਿਰਫ ਵਿੰਡੋ ਹੀ ਆਉਣੀ ਆ, ਵਿੱਚ ਬਾਕੀ ਸਾਰੀ ਸੋਲਿਡ ਕੰਧ ਹੋਣੀ ਆ, ਅੰਦਰੋਂ ਵੀ ਤੇ ਬਾਹਰੋਂ ਵੀ। ਸੋ ਇਹ ਸਿਰਫ ਫਾਊਂਡੇਸ਼ਨ ਵਾਸਤੇ ਨਹੀਂ ਹੈ, ਜਿਹੜਾ ਈਵਨ ਘਰ ਦਾ ਫੇਸ਼ੀਆ ਹੋਇਆ ਤਾਂ ਉਹ ਵਾਲੀ ਵਾਲ ਵੀ ਇਹਦੇ ਨਾਲ ਬਣ ਸਕਦੀ ਆ। ਆਪਣੇ ਹਜੇ ਇੱਥੇ ਨਹੀਂ ਕਾਮਨ ਹੋਈ, ਪਰ ਜੇ ਤੁਸੀਂ ਨੌਰਦਰਨ BC ਦੇ ਵਿੱਚ ਚਲੇ ਜਾਂਦੇ, ਜਿੱਥੇ ਠੰਡ ਪੈਂਦੀ ਆ, ਉੱਥੇ ਇਹ ਟੌਪ ਟਰੱਸਾਂ ਤੱਕ ਲੈ ਜਾਂਦੇ ਆ ਜੀ। ਅੱਛਾ, ਫਿਰ ਤਾਂ ਇਹਦੇ ਨਾਲ, ਕਿਉਂਕਿ ਆਮ ਇੱਥੇ ਘਰਾਂ ਦੇ ਵਿੱਚ ਇੱਕ ਇਸ਼ੂ ਕੀ ਹੁੰਦਾ ਕਿ ਆਵਾਜ਼ ਬੜੀ ਆਰਾਮ ਨਾਲ ਸੁਣਦੀ ਆ ਬੰਦਾ, ਸਪੈਸ਼ਲੀ ਜਿਹੜਾ ਨਵਾਂ ਇਮੀਗ੍ਰੈਂਟ ਆਉਂਦਾ ਨਾ, ਉਹ ਕਹਿੰਦਾ ਯਾਰ ਇੰਡੀਆ ਹੁੰਦੇ ਸੀ ਇਸ ਕਮਰੇ 'ਚ ਬੈਠੇ ਕੋਈ ਵੀ ਗੱਲ ਕਰਦੇ ਸੀ, ਉੱਧਰ ਪਤਾ ਨਹੀਂ ਸੀ ਲੱਗਦਾ, ਇੱਥੇ ਬੰਦਾ ਸਾਹ ਲੈਂਦਾ ਵੀ ਸੁਣਦਾ ਉੱਧਰ। ਅਤੇ ਇਹ ਦੈਟਸ ਦਾ ਰੀਜ਼ਨ, ਜਿਵੇਂ ਤੁਸੀਂ ਕਿਹਾ ਵੀ ਆਰ ਵੈਲਿਊ ਭਾਵੇਂ ਹੈਗੀ ਆ, ਪਰ ਕਿਉਂਕਿ ਕੰਧਾਂ ਦੇ ਵਿੱਚ ਉਹ ਗੈਪ ਫਿਰ ਵੀ ਰਹਿ ਜਾਂਦਾ, ਇਸ ਕਰਕੇ ਉਹ ਸਾਊਂਡ ਟਰੈਵਲ ਕਰਦੀ ਆ। ਪਰ ਐਟਲੀਸਟ ਇਹ ਜਿਹੜੀ ਐਕਸਟੀਰੀਅਰ ਵਾਲ ਹੋਏਗੀ, ਉਹਦੇ ਨਾਲ ਉਹਨੇ ਅਜਿਹਾ ਬਲੋਕੇਜ ਬਣਾ ਦੇਣਾ, ਫਿਰ ਮੇ ਬੀ ਆਵਾਜ਼, ਫਿਰ ਇਹ ਸਾਊਂਡ ਪ੍ਰੂਫਿੰਗ ਵੀ ਬੈਟਰ ਹੋਏਗੀ ਇਹਦੇ ਨਾਲ। ਹਾਂਜੀ, ਐਕਸਟੀਰੀਅਰ ਵਾਲ, ਇੰਟੀਰੀਅਰ ਵਾਲ ਸਟਿਲ ਲੱਕੜ ਦੀਆਂ ਬਣਦੀਆਂ, ਇੰਟੀਰੀਅਰ ਫਿਰ ਵੀ ਲੱਕੜ ਦੀ ਨਾ। ਤੁਸੀਂ ਆਪਦੇ ਸਰਵਿਸਿਜ਼ ਰਨ ਕਰਨੀਆਂ ਹੁੰਦੀਆਂ, ਉਹ 'ਚ ਪਾਈਪ ਰਨ ਕਰਨੇ ਆ, ਉਹ 'ਚ ਤੁਸੀਂ ਤਾਰਾਂ ਰਨ ਕਰਨੀਆਂ। ਪਰ ਐਕਸਟੀਰੀਅਰ ਤੁਸੀਂ ਇਹ ਸੋਚੋ, ਜਿਹੜਾ ਬੰਦਾ ਇੰਡੀਆ ਤੋਂ ਆਉਂਦਾ, ਵੀ ਕੰਕਰੀਟ ਵਾਲ ਦੇ ਦੋਨੀ ਪਾਸੇ ਫੋਮ ਲਾ ਦਿੱਤੀ ਜਾਵੇ, ਇਨਸਾਈਡ ਵੀ ਅਤੇ ਆਊਟਸਾਈਡ ਵੀ। ਅੱਛਾ, ਹੁਣ ਜਦੋਂ ਸਿਟੀ ਆਫ ਵੈਂਕੂਵਰ ਆ, ਉਹਨਾਂ ਦਾ ਆਪਦਾ ਕੋਡ ਆ, ਉਹ BC ਬਿਲਡਿੰਗ ਕੋਡ ਨੂੰ ਫੋਲੋ ਨਹੀਂ ਕਰਦੇ, ਉਹ ਚੈਪਟਰ ਫੋਲੋ ਕਰਦੇ, ਉਹਨਾਂ ਦਾ ਆਪਦਾ ਚੈਪਟਰ ਆ। ਅੱਛਾ, ਦੇਅਰ ਦੀ ਓਨਲੀ ਸਿਟੀ ਅਰਾਊਂਡ ਹੀਅਰ ਵੀ ਉਹਨਾਂ ਦਾ ਆਪਦਾ ਚੈਪਟਰ ਆ। ਉਹ BC, ਉਹ ਕਹਿੰਦੇ ਜੀ ਅਸੀਂ ਉਹਨੂੰ BC ਬਿਲਡਿੰਗ ਕੋਡ ਨੂੰ ਸੁਪਰਸੀਡ ਕਰਦੇ ਹਾਂ। ਅੱਛਾ ਜੀ। ਅਤੇ ਉਹਨਾਂ ਨੂੰ ਜੇ ਕੋਈ ਮਨਜ਼ੂਰੀ ਲੈਣੀ ਆ ਤਾਂ BC ਬਿਲਡਿੰਗ ਕੋਡ ਤੋਂ ਨਹੀਂ ਲੈਣੀ ਪੈਂਦੀ, ਉਹ ਆਪਦਾ ਹੀ ਕਰ ਸਕਦੇ ਆ। ਸੋ ਉਹਨਾਂ ਨੇ ਇੱਕ ਸਟੈਪ ਅੱਗੇ ਵੀ ਕਰ ਲਿਆ। ਹੁਣ ਨਾ ਇੱਕ ਸਟੈਪ ਮੈਂ 4 ਸਾਲ ਪਿੱਛੇ ਜਾਂਦਾ, ਜਦੋਂ ਪਹਿਲਾਂ 2x4 ਦੀਆਂ ਬਾਹਰਲੀਆਂ ਕੰਧਾਂ ਬਣਦੀਆਂ ਹੁੰਦੀਆਂ ਸੀ, ਅਤੇ ਉਹਦੇ 'ਚ ਜਿਹੜੀ R14 ਜਾਂ R12 ਇਨਸੂਲੇਸ਼ਨ ਪੈਂਦੀ ਸੀਗੀ ਜੀ। ਫਿਰ ਇਹਨਾਂ ਨੇ ਉਹਦੀ ਆਰ ਵੈਲਿਊ ਵਧਾ ਕੇ R20 ਕਰਤੀ। ਅੱਛਾ ਜੀ, ਉਹ ਕਾਮਨ ਕੀ ਹੋਇਆ, ਕਹਿੰਦੇ ਜੀ ਹੁਣ ਸਿਟੀ ਨੇ 2x6 ਦੀਆਂ ਕੰਧਾਂ ਬਣਾਤੀਆਂ। ਸਿਟੀ ਨੇ ਤੁਹਾਨੂੰ 2x6 ਕੰਧ ਬਣਾਉਣ ਨੂੰ ਨਹੀਂ ਕਿਹਾ, ਸਿਟੀ ਨੇ ਤਾਂ ਕਿਹਾ ਵੀ R20 ਅਚੀਵ ਕਰਨੀ ਆ, ਤੁਸੀਂ ਕਿੱਦਾਂ ਅਚੀਵ ਕਰਨੀ ਆ, ਰਾਈਟ। ਕਿਉਂਕਿ R20 ਪੈਣੀ ਮੋਟੀ ਸੀਗੀ, ਉਹ ਪੈਣੀ 2x6 ਸੀਗੀ।
ਹੁਣ ਜੇ ਅੱਜ ਉਸੇ ਸਟੈਂਡਰਡ ਨਾਲ ਆਪਾਂ ਘਰ ਬਣਾਉਂਦੇ ਆ ਤੇ ਵੈਂਕੂਵਰ ਦੇ ਵਿੱਚ ਤੁਹਾਨੂੰ 2x8 ਦੀ ਕੰਧ ਬਣਾਉਣੀ ਪੈਂਦੀ ਆ, ਪਲੱਸ 1 ਇੰਚ ਦੀ ਇਨਸੂਲੇਸ਼ਨ ਬਾਹਰਲੇ ਪਾਸੇ ਲਵਾਉਂਦੇ ਆ। ਰਾਈਟ। ਜਿਹੜੀ ਬਾਹਰਲੇ ਪਾਸੇ ਇਨਸੂਲੇਸ਼ਨ ਲਾਉਂਦੇ ਆ ਉਹ ਕੰਟੀਨਿਊਸ ਹੋ ਗਈ, ਉਹਦੇ 'ਚ ਕੋਈ ਬ੍ਰੇਕ ਨਹੀਂ ਆਈ, ਉਹਦੇ 'ਚ ਕੋਈ ਸਟੱਡ ਨਹੀਂ ਆਇਆ, ਉਹ 'ਚ ਕੋਈ ਆਈ ਨਹੀਂ, ਅੰਦਰ ਇਨਸੂਲੇਸ਼ਨ ਪੈ ਗਈ। ਫਿਰ ਉਹਦੀ ਇੱਕ ਪਲਾਈਵੁੱਡ ਲੱਗ ਗਈ, ਉਹਦੀ ਵੀ R2 ਆ ਗਈ, ਫਿਰ ਪੇਪਰ ਲੱਗ ਗਿਆ, ਉਹਦੀ ਵੀ ਆ ਗਈ, ਫਿਰ ਉਹਦੇ ਉੱਤੇ ਆਪਣਾ ਤੁਹਾਡੀ ਜਿਹੜੀ ਰਿਜਿਡ ਫੋਮ ਆ ਉਹ ਲੱਗ ਗਈ ਆ, ਫਿਰ ਉੱਤੇ ਰੇਨ ਸਕਰੀਨ ਆ, ਫਿਰ ਕਲੈਡਿੰਗ ਆ ਜੀ। ਸੋ ਇਹਦਾ ਕਰਕੇ ਵੀ ਉਹ ਜਿਹੜੀ ਉਹਦੀ ਆਰ ਵੈਲਿਊ ਆ ਉਹ ਇਨਕਰੀਜ਼ ਹੋਈ ਜਾ ਰਹੀ ਆ। ਪਰ ਹਾਂ ਉਹ ਕੰਧ ਮੋਟੀ ਜ਼ਰੂਰ ਹੋਈ, ਕੰਧ ਮੋਟੀ ਹੋਈ ਜਾਂਦੀ ਉਹਨੀ। ਸੋ ਜੇ ਹੁਣ ਵੈਂਕੂਵਰ ਦੇ ਵਿੱਚ 33 ਫੁੱਟ ਵਾਲੀ ਲਾਟ ਦੇ ਉੱਤੇ ਪ੍ਰੋਪਰਟੀ ਹੈਗੀ ਆ, ਉਹਨਾਂ ਨੇ ਤੁਹਾਨੂੰ ਬਾਹਰ ਨੂੰ ਤਾਂ ਵਧਣ ਨਹੀਂ ਦੇਣਾ, ਸਾਈਡ ਯਾਰਡ ਨੂੰ, ਤੁਹਾਨੂੰ ਅੰਦਰ ਨੂੰ ਆਉਣਾ ਪੈਣਾ। ਕਰੈਕਟ। ਸੋ ਜਿਹੜਾ ਤੁਹਾਡਾ ਲਿਵਿੰਗ ਸਪੇਸ ਵਾਲਾ ਏਰੀਆ ਸੀ, ਦ ਵਾਲ ਵਿਲ ਈਟ ਇਨਟੂ ਦੈਟ। ਦੈਟਸ ਰਾਈਟ। ਹਾਂ, ਉਧਰ ਨੂੰ ਉਹਨੇ ਆਉਣਾ, ਐਕਸਟੈਂਡ ਹੋਣਾ। ਸੋ ਜਿਹੜੀ ICF ਤੁਸੀਂ ਦੱਸੇ ਨੇ ਜੀ, ਇਨਸੂਲੇਟਿਡ ਕੰਕਰੀਟ ਫਾਰਮਸ, ਇਹਨੂੰ ਕੰਸਟਰਕਸ਼ਨ ਇਹਦਾ ਪ੍ਰੋਸੈਸ ਕੀ ਹੈ? ਇਹਦੇ ਵਾਸਤੇ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ? ਸੋ ਵਿਜੇ ਜੀ, ਜਦੋਂ ICF ਨੂੰ ਤੁਸੀਂ ਬਣਾਉਣਾ, ਇਹ ਤੁਹਾਡੀ ਚੋਇਸ ਆ, ਇਟਸ ਵਨ ਆਫ ਦੀ ਆਪਸ਼ਨਸ ਵੀ ਤੁਸੀਂ ICF ਕੰਕਰੀਟ ਨਾਲ ਕਰਨੇ ਆ। ਇਹਨਾਂ ਦੀਆਂ ਵੀ ਗਾਂ ਡਿਫਰੈਂਟ ਮੈਨੂਫੈਕਚਰਰਸ ਹੈਗੇ ਆ, ਕੋਈ ਸਕੁਆਡ ਲੌਕ ਆ, ਕੋਈ ਵੈਸਟ ਕੋਸਟ ਫਾਰਮਿੰਗ ਵਾਲੇ ਹੈਗੇ ਆ, ਇਹ ਡਿਫਰੈਂਟ ਆ ਜੀ। ਇਹ ਜਦੋਂ ਇਹਨੂੰ ਤੁਸੀਂ ਬਣਾਉਣਾ, ਇਹਦੇ ਵਾਸਤੇ ਜਿਹੜੇ ਆਪਣੇ ਅਬਾਊਟ 25% ਜਿਹੜੇ ਫਰੇਮਿੰਗ ਕਰੂ ਆ ਉਹ ਇਸ ਚੀਜ਼ ਨੂੰ ਅੱਗੇ ਜਾ ਰਹੇ ਆ। ਔਰ ਜਿਹੜੀਆਂ ਕੰਪਨੀਆਂ ਸੈੱਲ ਕਰਦੀਆਂ ਉਹ ਵੀ ਇਹਨੂੰ ਕਾਫੀ ਪ੍ਰਮੋਟ ਕਰ ਰਹੀਆਂ ਵੀ ਅਸੀਂ ਤੁਹਾਨੂੰ ਆਣ ਕੇ ਜੌਬ ਸਾਈਟ ਦੇ ਉੱਤੇ ਟ੍ਰੇਨਿੰਗ ਦੇ ਕੇ ਜਾਵਾਂਗੇ। ਇਟਸ ਕੁਆਇਟ ਸਿੰਪਲ, ਪਰ ਇਟਸ ਅ ਡੈਲੀਗੇਟ ਜਿਹਾ ਪ੍ਰੋਸੈਸ ਹੈ। ਇਹਦਾ ਜਾਣੀ ਹੱਥ ਖੁੱਲਿਆ ਨਹੀਂ ਹਜੇ ਕਈ ਮੁੰਡਿਆਂ ਦਾ, ਜੇ ਆਪਾਂ ਸਹੀ ਦੇਖੀਏ, ਕਿਉਂਕਿ ਪੁਰਾਣੀਆਂ ਫਾਊਂਡੇਸ਼ਨਾਂ ਦਾ ਵਿਚਾਰਿਆਂ ਨੇ ਲੱਖਾਂ ਹੀ ਪਾਤੀਆਂ ਉਹਨਾਂ ਨੇ ਜੀ। ਸੋ ਇਹਦੇ ਵਾਸਤੇ ਜਿਹੜੀ ਫੁਟਿੰਗਸ ਆ ਉਹ ਲੈਵਲ ਪਾਉਣੀ ਪੈਂਦੀ ਆ, ਅਤੇ ਜਿਹੜੇ ਉਹਦੇ ਚੈਨਲ ਫਿੱਟ ਕਰਕੇ ਇੱਕ ਵਾਰੀ ਸਿੱਧੇ ਕਰਕੇ ਮੁੜ ਕੇ ਉਹਨੂੰ ਤੁਸੀਂ ਸਟੈਕ ਕਰੀ ਜਾਣਾ। ਅਤੇ ਪਰ ਇਹਦੀ ਜਿਹੜੀ ਇੱਕ ਹੈਗੀ ਰੀਬਾਰ ਆ, ਜਿਹੜੀ ਅੱਗੇ ਪਹਿਲਾਂ ਜਿਹੜਾ ਪੁਰਾਣਾ ਕਨਵੈਨਸ਼ਨਲ ਸਿਸਟਮ ਸੀਗਾ ਵੀ ਬਾਹਰਲੀਆਂ ਕੰਧਾਂ ਖੜੀਆਂ ਕਰੋ, ਰੀਬਾਰ ਪਾਓ, ਮੁੜ ਕੇ ਅੰਦਰੋਂ ਉਹਨੂੰ ਰੈਪ ਅਪ ਕਰ ਦਿਓ, ਇਹਦੀ ਰੀਬਾਰ ਨਾਲ ਦੀ ਨਾਲ ਪਾਉਣੀ ਪੈਂਦੀ ਆ। ਸੋ ਫਰੇਮਰ ਹੀ 90% ਦਾ ਟਾਈਮ ਇਹਦੀ ਜਿਹੜੀ ਰੀਬਾਰ ਇੰਸਟਾਲ ਕਰਦੇ ਆ। ਅਤੇ ਇਹਦੇ ਨਾਲ ਪਰ ਇਹ ਸਿਸਟਮ ਜਦੋਂ ਐਫੀਸ਼ੀਐਂਟ ਹੋ ਗਿਆ, ਇਹ ਤੁਹਾਡੀ ਕਨਵੈਨਸ਼ਨਲ ਨੂੰ ਸੁਪਰਸੀਡ ਕਰ ਜੂਗਾ ਮੇਰੇ ਓਪੀਨੀਅਨ ਦੇ ਹਿਸਾਬ ਨਾਲ, ਕਿਉਂਕਿ ਇਹਨੂੰ ਨਾ ਤਾਂ ਤੁਹਾਨੂੰ ਦੁਬਾਰਾ ਖੋਲ੍ਹਣ ਦੀ ਕਾਸਟ ਆਉਣੀ, ਇਹਨੂੰ ਨਾ ਤੁਹਾਡਾ ਇੰਸੂਲੇਸ਼ਨ ਕਰਨ ਦੀ ਆਉਣੀ ਆ। ਪਰ ਇਹਦੇ ਨਾਲ ਜਿਹੜੀਆਂ ਬਾਕੀ ਦੀਆਂ ਟ੍ਰੇਡਸ ਹੈਗੀਆਂ ਉਹਨਾਂ ਨੂੰ ਵੀ ਇਸ ਚੀਜ਼ ਦੇ ਨਾਲ ਥੋੜ੍ਹਾ ਜਿਹਾ ਫੈਮਿਲੀਅਰਾਈਜ਼ ਹੋਣਾ ਪੈਣਾ, ਕਿਉਂਕਿ ਜਿਹੜੇ ਇਲੈਕਟ੍ਰੀਸ਼ਨ ਹੋਏ ਵੀ ਉਹਨਾਂ ਨੇ ਵਾਇਰਸ ਕਿੱਦਾਂ ਰਨ ਕਰਨੀਆਂ, ਪਲੰਬਿੰਗ ਵਾਲਿਆਂ ਨੇ, ਜਾਂ ਫਿਰ ਇਹਦੇ ਅੰਦਰਲੇ ਪਾਸੇ ਤੁਹਾਨੂੰ ਸਰਵਿਸ ਵਾਲ ਇੱਕ ਡਮੀ ਬਣਾਉਣੀ ਪੈਣੀ ਜਿਹਦੇ ਵਿੱਚ ਤੁਸੀਂ ਆਪਦੀਆਂ ਪਾਈਪਸ ਜਾਂ ਜੇ ਕੋਈ ਬਾਹਰਲੀ ਕੰਧ ਦੇ ਵਿੱਚ ਦੀ ਚੀਜ਼ ਨਿਗਾਉਣੀ ਆ ਜੀ। ਕਾਸਟ ਵਾਈਜ਼ ਜਿਹੜੀ ਮੈਂ 3-4 ਮੇਨ ਬੰਦਿਆਂ ਤੋਂ ਇਹਦੀ ਕਾਸਟ ਐਨਾਲਾਈਜ਼ ਕੀਤੀ ਆ, ਬਹੁਤ ਹੀ ਵਧੀਆ ਫਰੇਮਿੰਗ ਕਰੂ, ਸਾਬੀ ਕੂਨਰ ਹੋਣੀ ਮੁੰਡੇ, ਉਹ ਕੱਲ੍ਹ ਦੱਸ ਰਹੇ ਸੀ, ਕਹਿੰਦੇ ਭਾਜੀ ਵੀ ਜਿਹੜਾ ਅਸੀਂ 3000 ਸਕੁਅਰ ਫੁੱਟ ਦੀ ਫਾਊਂਡੇਸ਼ਨ ਇੱਕ ਪਾ ਰਹੇ ਹਾਂ ਅਸੀਂ ਆਪਣੇ ਵਾਈਟ ਰੌਕ ਦੇ ਵਿੱਚ ਬੀਚ ਦੇ ਕੋਲੇ, ਉਹਦੀ ਕਹਿੰਦੇ ਸਾਨੂੰ ਹੁਣ ਤੱਕ 2500 ਤੋਂ 3000 ਐਕਸਟਰਾ ਕਾਸਟ ਆਈ ਆ, ਜਿਹੜੀ ਸਾਨੂੰ ਟਾਈਮ ਲਾ ਕੇ ਕਰਨਾ ਪਿਆ। ਅੱਛਾ ਜੀ। ਉਹ ਟਾਈਮ ਆਪਦਾ ਕੈਲਕੂਲੇਟ ਕਰ ਰਹੇ, ਕਿਉਂਕਿ ਕੇਅਰਫੁਲ ਹੋ ਕੇ ਵੀ ਕਰ ਰਹੇ ਆ। ਰਾਈਟ। ਆਲਮੋਸਟ 5ਵੀਂ ਛੇਵਾਂ ਉਹਨਾਂ ਦਾ ਘਰ ਆ ਇਸ ਚੀਜ਼ ਦਾ, ਪਰ ਉਹ ਹਰ ਇੱਕ ਚੀਜ਼ ਨੂੰ ਫੂਕ ਕੇ ਪੈਰ ਧਰ ਰਹੇ ਆ। ਮੇਨ ਇਹ ਆ ਵੀ ਜਿਹੜੇ ਤਾਂ ਸਿੱਧੇ ਘਰ ਆ ਵਿਜੇ ਜੀ, ਜਿੱਦਾਂ ਬਾਕਸ ਘਰ ਆ, ਉਹ ਤਾਂ ਬਹੁਤ ਸਿੰਪਲ ਆ ਜੀ, ਪਰ ਜਿੰਨੇ ਘਰਾਂ ਦੇ ਵਿੱਚ ਵਲਵਿੰਗ ਆ, ਉੱਥੇ ਜਾ ਕੇ ਫਿਰ ਇਹਨਾਂ ਦੀ ਥੋੜ੍ਹੀ ਜਿਹੀ ਕਟਿੰਗ, ਉਹਨਾਂ ਦੀ ਜਿਹੜੀ ਕਾਰਨਰ ਸੈੱਟ ਕਰਨੇ ਕੀ ਆ, ਉਹ ਦੇਖਣੇ ਪੈਂਦੇ ਨੇ। ਰਾਈਟ। ਕਿਉਂਕਿ ਜਿਹੜੇ ਇਹਦੇ ਬਲੌਕਸ ਨੇ ਫਿਰ ਉਹ ਕਸਟਮਾਈਜ਼ਡ ਬਣਵਾਉਣੇ ਪੈਂਦੇ ਨੇ, ਜਾਂ ਫਿਰ ਤੁਸੀਂ ਉਹਨੂੰ ਔਨ ਦ ਕੰਸਟਰਕਸ਼ਨ ਸਾਈਟ ਉਹਨੂੰ ਮੋਲਡ ਕਰ ਸਕਦੇ ਹੋ? ਜਿਹੜੇ ਤਾਂ ਰੈਗੂਲਰ ਬਲਾਕਸ ਆਉਂਦੇ ਆ ਜੀ, 48 ਇੰਚ ਦੇ ਬਲਾਕ ਹੁੰਦੇ ਆ, ਪਰ ਤੁਸੀਂ ਕਾਰਨਰ ਬਲਾਕ ਵੀ ਆਉਂਦੇ ਆ, ਪਰ ਕਈ ਤੁਹਾਨੂੰ ਐਡਜਸਟ ਕਰਨੇ ਉੱਥੇ ਕੱਟ ਕੇ ਕਰਨੇ ਪੈਂਦੇ ਆ, ਉਹ ਸਾਈਡ ਦੇ ਉੱਪਰ ਉਹਨੂੰ ਕੱਟ ਕੇ ਉਹਦੀਆਂ ਜਿਹੜੀਆਂ ਟੀ ਬ੍ਰੇਸਿਸ ਕਰਨੀਆਂ, ਜਾਂ ਉਹਨੂੰ ਤੁਸੀਂ ਬਾਹਰੋਂ ਪਲਾਈਵੁੱਡ ਨਾਲ ਸਪੋਰਟ ਕਰਨਾ, ਇਹ ਹੈਗੀ ਆ। ਪਰ ਇਹ ਚੈਲੰਜਸ ਬਹੁਤ ਛੇਤੀ ਦੂਰ ਹੋ ਜਾਣੇ, ਕਿਉਂਕਿ ਗੱਲ ਇਹ ਆ ਵੀ ਆਪਣੇ ਮੁੰਡੇ ਬਹੁਤ ਇਸ ਚੀਜ਼ ਦੇ ਵਿੱਚ ਸਮਾਰਟ ਹੈਗੇ ਆ, ਜਦੋਂ ਉਹਨਾਂ ਨੂੰ ਕੋਈ ਚੀਜ਼ ਦੇਖ ਲੈਂਦੇ ਆ ਫਿਰ ਉਹ ਨਵੇਂ ਤਰੀਕੇ ਕੱਢੀ ਜਾਂਦੇ ਉਹਦੇ। ਅੱਛਾ, ਫਿਰ ਹੁਣ ਇੱਥੇ ਜੇ ਆਪਾਂ ਲੋਕਲ ਕੰਸਟਰਕਸ਼ਨ ਵੇਖੀਏ, ਕਿਉਂਕਿ ਸਿਟੀ ਦੇ ਬਾਇਲਾਜ਼ ਨੂੰ ਸੈਟਿਸਫਾਈ ਕਰਨਾ ਜਾਂ ਉਹਨਾਂ ਨੂੰ ਐਕਸੀਡ ਕਰਨਾ ਬੇਸਿਕਲੀ ਤਾਂ ਹੀ ਉਹ ਤੁਹਾਡਾ ਘਰ ਜਿਹੜਾ ਵੀ ਬਣਾ ਰਹੇ ਹੋ ਪਾਸ ਹੋਣਾ। ਹੁਣ ਇੱਥੇ ਜੇ ਸਰੀ ਦੇ ਵਿੱਚ ਕੰਸਟਰਕਸ਼ਨ ਦੀ ਗੱਲ ਕਰੀਏ, ਜਿੱਥੇ ਜਿਹੜੇ ਸਟੈਪ ਕੋਡ ਦੇ ਲੈਵਲ 'ਤੇ ਹੁਣ ਹੈਗੇ ਆ, ਉਹਨੂੰ ਸੈਟਿਸਫਾਈ ਕਰਨ ਵਾਸਤੇ ਆਲਰੇਡੀ ICF ਦੀ ਜ਼ਰੂਰਤ ਹੈ। ਇਜ਼ ਦਿਸ ਵਨ ਆਫ ਦੀ ਆਪਸ਼ਨਸ, ਜਾਂ ਫਿਰ ਜਿਹੜੀਆਂ ਦੂਜੀਆਂ ਆਪਸ਼ਨਸ ਕਨਵੈਨਸ਼ਨਲ ਨੇ ਉਹਨਾਂ ਦੇ ਨਾਲ ਹੀ ਸਹੀ ਢੰਗ ਨਾਲ ਮੌਜੂਦਾ ਕੋਡ ਨੂੰ ਸਰੀ ਦੇ ਵਿੱਚ ਸੈਟਿਸਫਾਈ ਕੀਤਾ ਜਾ ਸਕਦਾ? ਜੇ ਸਰੀ ਦੇ ਵਿੱਚ ਅੱਜ ਤੁਸੀਂ ਵਿਜੇ ਜੀ ਘਰ ਪਾਉਣਾ, ਅਤੇ ਤੁਹਾਨੂੰ ਜੇ ਤੁਸੀਂ ਕਨਵੈਨਸ਼ਨਲ ਤਰੀਕੇ ਨਾਲ ਹੀ ਪਾਉਣਾ, ਉਹੀ 2x6 ਦੀ ਕੰਧ ਆ, ਅਤੇ ਹੈਗਾ ਤੁਹਾਨੂੰ ਟ੍ਰਿਪਲ ਗਲੇਜ਼ ਵਿੰਡੋ ਲਾਉਣੀਆਂ ਪੈਣੀਆਂ, ਤੁਹਾਨੂੰ ਇਨਸੂਲੇਸ਼ਨ ਥੋੜ੍ਹੀ ਜਿਹੀ ਜਿਹੜੀ ਹੈਗੀ ਆ ਉਹ ਡਿਫਰੈਂਟ ਤਰੀਕੇ ਨਾਲ, ਅਤੇ ਜਾਂ ਉਹਦੀ ਜਿਹੜੀ ਆਪਣੀ ਪੇਪਰ ਜਿਹੜਾ ਐਕਸਟੀਰੀਅਰ ਪੇਪਰ ਆ ਉਹਨੂੰ ਸੀਲ ਕਰਨਾ ਪੈਣਾ, ਅਤੇ 2-4 ਚੀਜ਼ਾਂ ਹੋਰ HRV ਲਾ ਕੇ ਨੋਮਨਲ ਜਿਹੀਆਂ ਚੀਜ਼ਾਂ ਇੱਦਾਂ ਕਰਕੇ ਤੁਸੀਂ ਉਹਨੂੰ ਕਰ ਸਕਦੇ ਆ। ਪਰ ਅਗਰ ਹੁਣ ਜਦੋਂ ਸਟੈਪ 3 'ਤੇ ਚਲੇ ਜਾਣਾ ਜਾਂ ਸਟੈਪ 4 'ਤੇ ਚਲੇ ਜਾਣਾ, ਫਿਰ ਇਹ ਚੀਜ਼ਾਂ ਹੀ ਆਪਾਂ ਨੂੰ ਜਿਹੜੀਆਂ ਹੈਗੀਆਂ ਵੀ ਵਧੀਆ ਤਰੀਕੇ ਦੇ ਨਾਲ ਆਪਾਂ ਇਹਨੂੰ ਕਾਸਟ ਇਫੈਕਟਿਵਲੀ ਕਰ ਸਕਦੇ ਹਾਂ। ਅਦਰਵਾਈਜ਼ ਜੇ ਹੁਣ ਆਪਾਂ 2x6 ਦੀ ਕੰਧ ਅੱਜ ਬਣਾ ਰਹੇ ਹਾਂ,
ਤੇ ਜੇ ਆਪਾਂ ਇਸੇ ਤਰੀਕੇ ਨਾਲ ਹੀ ਘਰ ਬਣਾਉਂਦੇ ਰਹੀਏ ਤੇ ਜਦੋਂ ਸਟੈਪ ਕੋਡ 5 ਤੇ ਜਾਣਾ ਨਾ ਜੀ, ਉਦੋਂ 2x12 ਦੀ ਕੰਧ ਬਣੂਗੀ ਉਹ। ਰਾਈਟ। ਜੇ ਆਪਾਂ ਆਪਦੇ ਆਪ ਨੂੰ ਜੇ ਆਪਾਂ ਟੈਕਨੋਲੋਜੀ ਦੇ ਨਾਲ ਆਪਦੇ ਆਪ ਨੂੰ ਢਾਲ ਨਹੀਂ ਰਹੇ, ਤੇ ਜੇ ਸੇਮ ਸਟੈਂਡਰਡ ਦੇ ਨਾਲ ਚੱਲੀਏ 2x4 ਤੋਂ ਸ਼ੁਰੂ ਹੋ ਕੇ ਤੇ ਆਪਾਂ 2x12 ਤੇ ਚਲੇ ਜਾਣਾ, ਜੇ 12 ਸਟੈਪ 5 ਦੇ ਨਾਲ ਆਪਾਂ ਮੁਗਲਾਂ ਦੇ ਕਿਲਿਆਂ ਦੀ ਕੰਧਾਂ ਹੁੰਦੀਆਂ ਸੀ ਇੰਨੀਆਂ। ਬਿਲਕੁਲ ਜੀ, ਉਹਦਾ ਕੰਮ ਹੋ ਜਾਂਦਾ। ਉਹਨਾਂ ਤਾਂ ਮਿੱਟੀ ਭਰੀ ਹੁੰਦੀ ਸੀ ਵਿਚਾਲੇ ਵੀ, ਵਿੱਚ ਗੋਲੀ ਨਾ ਵੱਜੇ। ਹਾਂਜੀ ਜੀ। ਅੱਛਾ, ਹੁਣ ਜੇ ਹੋਰ ਵੀ ਗੱਲ ਕਰੀਏ ਜੀ, ਇੱਥੇ ਦਾ ਜੇ ਵੈਦਰ, ਜੇ ਕਲਾਈਮੇਟ ਦੇ ਮੁਤਾਬਕ ਵੇਖੀਏ ਜਾਂ ਜੋ ਇੱਥੇ ਇੱਕ ਸਾਈਜ਼ਮਿਕ ਰਿਕੁਆਇਰਮੈਂਟਸ ਵੀ ਵੱਖਰੀਆਂ ਨੇ ਲੋਅਰ ਮੇਨਲੈਂਡ ਦੇ ਵਿੱਚ, ਸੋ ਉਹਦੇ ਵਾਸਤੇ ਵੀ ਕਾਮਯਾਬ ਹੈ ਇਹ? ਬਿਲਕੁਲ ਜੀ। ਜਿਹੜੇ ਇੰਜੀਨੀਅਰ ਆ ਉਹਨਾਂ ਦੇ, ਜਿਹੜੇ ICF ਦੀਆਂ ਮੈਨੂਫੈਕਚਰਰਸ ਹੈਗੇ, ਉਹਨਾਂ ਦੇ ਆਪਦੇ ਇੰਜੀਨੀਅਰ ਵੀ ਹੈਗੇ ਆ, ਪਰ ਜਿਹੜੇ ਆਪਣੇ ਰੈਗੂਲਰ ਇੰਜੀਨੀਅਰ ਆ ਉਹ ਵੀ ਬਹੁਤ ਵਧੀਆ ਇਹਨੂੰ ਫਾਲੋ ਕਰ ਰਹੇ ਆ। ਤੇ ਜਿਹੜੇ ਸਾਈਜ਼ਮਿਕ ਹੈਗੇ ਆ, ਜਦੋਂ ਕੰਕਰੀਟ ਵਿੱਚ ਚਲੀ ਜਾਂਦੀ ਆ ਤੇ ਰੀਬਾਰ ਟਾਈਡ ਹੁੰਦੀ ਆ ਫੁਟਿੰਗ ਤੋਂ ਲੈ ਕੇ ਉੱਪਰ ਤੱਕ, ਇਟ ਐਕਚੁਅਲੀ ਮੇਕਸ ਇਟ ਬਿਟ ਸਟਰੋਂਗਰ ਜੀ। ਸੋ ਉਹ ਆਲਮੋਸਟ ਸਿਮਿਲਰ ਉਹਨਾਂ ਦੀਆਂ ਰਿਕੁਆਇਰਮੈਂਟਸ ਹੈਗੀਆਂ, ਪਰ ਕਈ ਚੀਜ਼ਾਂ ਤੁਹਾਨੂੰ ਪ੍ਰੀ ਥਾਟ ਕਰਨੀਆਂ ਪੈਂਦੀਆਂ ਵੀ ਜੇ ਇਹਦੇ ਨਾਲ ਤੁਸੀਂ ਇਨਸਾਈਡ ਜਿੱਦਾਂ ਹੁਣ ਕੰਧ ਬੇਸਮੈਂਟ ਦੀ ਬਣਾ ਕੇ ਤੇ ਫੱਟੇ ਉਹਦੇ ਉੱਪਰ ਰੱਖਣੇ ਆ ਜੀ, ਜਿਹੜੀ ਫਰਸਟ ਫਲੋਰ ਹੋਣੀ ਆ ਉਹ ਡਿਫਰੈਂਟ ਆ। ਜੇ ਫੱਟੇ ਅੰਦਰੋਂ ਤੁਸੀਂ ਅਟੈਚ ਕਰਨੇ ਆ, ਫਿਰ ਉਹਨੂੰ ਲੈਜਰ ਕਹਿ ਦਿੰਦੇ ਆ, ਉਹ ਤੁਹਾਨੂੰ ਥੋੜ੍ਹਾ ਜਿਹਾ ਪਹਿਲਾਂ ਪ੍ਰੀ ਥਾਟ ਕਰਨਾ ਪੈਣਾ ਵੀ ਇਹਦੇ ਬੋਲਟ ਵਗੈਰਾ ਕਿੱਥੇ ਆ, ਕਿਉਂਕਿ ਤੁਸੀਂ ਫੋਮ ਦੇ ਵਿੱਚ ਡਰਿਲ ਕਰਕੇ ਨਹੀਂ ਨਾ ਸਕਰੂ ਲਾ ਸਕਦੇ, ਤੁਹਾਨੂੰ ਕੰਕਰੀਟ 'ਚ ਜਾਣਾ ਪੈਣਾ। ਰਾਈਟ। ਤੇ ਫਾਇਰ ਪ੍ਰੂਫਿੰਗ ਵਾਸਤੇ, ਕਿਉਂਕਿ ਜੇ ਇਨਸੂਲੇਸ਼ਨ ਇਹਦੀ ਬਾਹਰ ਹੈ, ਜਿਵੇਂ ਤੁਸੀਂ ਦੱਸਿਆ ਵੀ ਕੰਕਰੀਟ ਅੰਦਰ ਪੈ ਗਈ, ਕਿਉਂਕਿ ਇਹਦੇ ਜਿਹੜੇ ਬਲੌਕਸ ਨੇ ਕੰਕਰੀਟ ਉਹਦੇ ਅੰਦਰ ਪੋਰ ਕੀਤੀ, ਦੋਨੇ ਪਾਸੇ ਬਾਹਰ ਇਹਦੇ ਇਨਸੂਲੇਸ਼ਨ ਆ। ਫਿਰ ਉਹਦੀ ਫਾਇਰ ਪ੍ਰੂਫਿੰਗ ਲਈ ਵੀ ਕੁਝ ਹੋਰ ਐਕਸਟਰਾ ਬੰਦੋਬਸਤ ਕਰਨਾ ਪੈਣਾ? ਹਾਂਜੀ, ਜਿਹੜੀ ਇਹ ਫੋਮ ਹੈਗੀ ਆ ਜੀ, ਇਹ ਫਾਇਰ ਵਾਸਤੇ, ਇਹ ਫਾਇਰ ਰਿਟਾਰਡਡ ਹੈਗੀ ਆ ਇਹ। ਓਕੇ। ਜਾਣੀ ਆਪਣੇ ਇਹਦੀ ਕੁਝ ਇਹਦੇ ਮਿੰਟ ਹੈਗੇ ਆ ਵੀ ਕਿੰਨੇ ਮਿੰਟ ਤੱਕ ਇਹ ਸਰਵਾਈਵ ਕਰ ਜਾਂਦੀ ਹੈ। ਓਕੇ। ਹਾਂਜੀ। ਹੁਣ ਕੀ ਕਰ ਰਹੇ ਆ ਵਿਜੇ ਜੀ, ਮੋਸਟ ਜਿਹੜੇ ਬੰਦੇ ਆ ਉਹ ਜਿਹੜੀ ਫਾਊਂਡੇਸ਼ਨ ਆ ਉਹ ICF ਦੀ ਬਣਾ ਰਹੇ ਆ, ਉੱਪਰ ਕਨਵੈਨਸ਼ਨਲ ਫਰੇਮਿੰਗ ਕਰਕੇ ਉਹਦੇ ਬਾਹਰਲੇ ਪਾਸੇ 2 ਇੰਚ ਦੀ ਸ਼ੀਟ ਲਾ ਦਿੰਦੇ ਆ ਆਪਣੀ ਇਨਸੂਲੇਸ਼ਨ ਦੀ। ਉਹ ਵੀ ਸਿਮਿਲਰ ਮੈਨੂਫੈਕਚਰਰ ਜਿਹੜੇ ਉਹ ਪ੍ਰੋਡਿਊਸ ਕਰਦੇ ਆ। ਉਹਦੇ ਨਾਲ ਕੀ ਹੁੰਦਾ, ਕੰਟੀਨਿਊਅਸ ਉਹਦੀ ਜਿਹੜੀ ਹੈਗੀ ਆ ਲੇਅਰ ਬਣ ਜਾਂਦੀ। ਸਿਰਫ ਵਿੰਡੋ ਤੇ ਡੋਰਾਂ ਹੀ ਤੁਹਾਨੂੰ ਕੱਟਣੀਆਂ ਪੈਂਦੀਆਂ, ਬਾਕੀ ਉਹ ਕੰਟੀਨਿਊਅਸ ਚਲੀ ਜਾਂਦੀ ਸਾਰੀ, ਕਿਉਂਕਿ ਇਨਸਾਈਡ ਜੋ ਤੁਸੀਂ ਦੇਖਦੇ ਆ ਸਟੱਡ ਆ ਗਏ ਆ। ਐਕਚੁਅਲੀ ਤਾਂ ਵਿਜੇ ਜੀ ਇੱਕ ਦਿਨ ਇੱਦਾਂ ਦੀ ਟੈਕਨੋਲੋਜੀ 'ਤੇ ਚਲੇ ਜਾਣਾ ਪੈਣਾ ਆਪਾਂ ਨੂੰ ਵੀ ਜਿਹੜੇ ਇਨਸਾਈਡ ਆ ਉਹ ਆਪਾਂ ਨੂੰ ਓਪਨ ਰੱਖੀਏ, ਕਿਉਂਕਿ ਤੁਸੀਂ ਨਾ ਵਿਜੇ ਕਦੇ ਵੀ ਤੁਸੀਂ ਗਏ ਆ ਸਸਕਿਆਚੁਨ ਜਾਂ ਮੈਨੀਟੋਬਾ ਵਿੱਚ ਜਾਓ ਅਤੇ ਫਾਰਮ ਦੇ ਵਿੱਚ ਛੋਟਾ ਜਿਹਾ ਰੈਂਚਰ ਘਰ ਹੋਵੇ ਕਿਤੇ, ਅਤੇ ਜਦੋਂ ਹਵਾ ਵਗਦੀ ਆ ਤਾਂ ਤੁਹਾਨੂੰ ਉਹ ਵਿਸਲਿੰਗ ਸੁਣਦੀ ਆ ਉੱਥੇ, ਉਹਦੇ ਵਿੱਚ ਦੀ ਹਵਾ ਲੰਘਦੀ ਆ। ਪਰ ਉਹ ਘਰ ਡਰਾਈ ਵੀ ਇਸੇ ਕਰਕੇ ਰਹਿੰਦੇ ਸੀ ਕਿਉਂਕਿ ਉਹ ਸੀਲਡ ਨਹੀਂ ਸੀਗੇ, ਉਹ ਓਪਨ ਸੀ। ਜਾਂ ਤਾਂ ਉਹਨਾਂ ਦੇ ਵਿੱਚ ਅਖਬਾਰ ਦਾ ਹੀ ਬੂਰਾ ਕੱਟ ਕੇ ਪਾਇਆ ਹੁੰਦਾ ਸੀ, ਜਾਂ ਕਈ ਵਾਰੀ ਸਾਡਸਟ ਹੀ ਪਾਈ ਹੁੰਦੀ ਸੀ। ਉਹ ਇਨਸੂਲੇਟ ਤਾਂ ਕਰਦੇ ਸੀ ਪਰ ਉਹ ਐਫੀਸ਼ੀਐਂਟ ਨਹੀਂ ਸੀਗੇ ਇੰਨੇ ਜੀ। ਪਰ ਜੇ ਤੁਸੀਂ ਉਹਨਾਂ ਘਰਾਂ ਦੇ ਵਿੱਚ ਜਾ ਕੇ ਦੇਖੋ ਤਾਂ ਉਹਨਾਂ ਦੀ ਸੀਲਿੰਗ ਦੇ ਵਿੱਚ ਲਾਈਟ ਵੀ ਇੱਕ ਹੀ ਹੁੰਦੀ ਸੀਗੀ। ਹੁਣ ਆਪਣੇ ਇੱਥੇ ਕਈ ਵਾਰੀ ਰੂਮ ਦੇ ਵਿੱਚ 10 ਸਪੌਟ ਲਾਈਟਾਂ ਹੁੰਦੀਆਂ, ਇੱਥੋਂ ਦੀ ਵੀ ਏਅਰ ਲੀਕੇਜ ਹੁੰਦੀ ਆ। ਸੋ ਜਿੰਨੀ ਆਪਾਂ ਆਪਦੇ ਆਪ ਨੂੰ ਵਧੀਆ ਟੈਕਨੋਲੋਜੀ ਦੇ ਵਿੱਚ ਲਿਆਈ ਜਾਂਦੇ ਹਾਂ, ਜਿੰਨੀਆਂ ਆਪਾਂ ਚੀਜ਼ਾਂ ਵੱਧ ਲਾਈ ਜਾਂਦੇ ਹਾਂ, ਉਨੀ ਆਪਾਂ ਵਾਲ ਪੈਨੇਟ੍ਰੇਸ਼ਨ ਵੀ ਵਧਾਈ ਜਾਂਦੇ ਉਹਨਾਂ ਦੀ। ਬਿਲਕੁਲ ਸਹੀ ਗੱਲ ਆ। ਅੱਛਾ, ਹੁਣ ਜਿਹੜੇ ਬਿਲਡਿੰਗ ਕੋਡਸ ਦੇ ਵਿੱਚ ਆ ਰਹੀਆਂ ਤਬਦੀਲੀਆਂ ਨੇ, ਕੁਝ ਤੁਸੀਂ ਆਲਰੇਡੀ ਦੱਸ ਦਿੱਤੀਆਂ ਨੇ, ਪਰ ਬਿਲਕੁਲ ਹੀ ਇਨ ਦ ਨੀਅਰ ਫਿਊਚਰ ਅਜਿਹੀ ਕਿਹੜੀ ਤਬਦੀਲੀ ਹੈ ਜਿਹੜੀ ਕਿ ਬਹੁਤ ਵੱਡਾ ਫਰਕ ਪਾ ਸਕਦੀ ਹੈ? ਆਈ ਥਿੰਕ ਆ ਸਟੈਪ ਕੋਡ ਇਨ ਇਟਸੈਲਫ, ਜਿਹੜਾ ਪੜਾਅ ਦਰ ਪੜਾਅ ਤਬਦੀਲੀ ਆ ਰਹੀ ਹੈ, ਦਿਸ ਇਨ ਇਟਸੈਲਫ ਇਜ਼ ਅ ਬਿਗ ਚੇਂਜ, ਪਰ ਹੋਰ ਨੀਅਰ ਫਿਊਚਰ ਦੇ ਵਿੱਚ ਕੀ ਚੇਂਜਸ ਆ ਰਹੀਆਂ ਨੇ? ਵਿਜੇ ਜਿਹੜੀ ਅੱਜ ਦੀ ਆਪਣੀ ਰੀਜ਼ਨ ਹੈਗਾ, ਜੇ ਆਪਾਂ ਦੇਖੀਏ ਵੀ ਜਿਹੜੀਆਂ ਘਰਾਂ ਦੀਆਂ ਪ੍ਰਾਈਸਾਂ ਹੁਣ ਤੁਹਾਨੂੰ ਵੀ ਪਤਾ ਪੁਰਾਣਿਆਂ ਦੀਆਂ ਅਤੇ ਨਵਿਆਂ ਦੀਆਂ ਵੀ ਸਕਾਈ ਰਾਕਟ ਹੋ ਜਾਈਆਂ। ਇਟਸ ਅ ਚੇਨ ਇਫੈਕਟ। ਜਿਹੜਾ ਨਵਾਂ ਬੰਦਾ ਹੈਗਾ ਉਹ ਪੁਰਾਣਾ ਘਰ ਲੈ ਜਾਂਦਾ, ਪੁਰਾਣੇ ਵਾਲਾ ਗਾਂਹ ਚਲਾ ਜਾਂਦਾ ਜੀ। ਪਰ ਉਹਦੇ ਵਿੱਚ ਹੈਗੇ ਆ ਵੀ ਆਪਾਂ ਨੂੰ ਮਿਊਨਸੀਪੈਲਿਟੀਜ਼ ਵਗੈਰਾ ਜਿਹੜੀਆਂ, ਇੱਕ ਤਾਂ ਲੰਬਰ ਦੀ ਕਾਸਟ ਬਹੁਤ ਹਾਈ ਹੋ ਗਈ ਆ। ਮਿਊਨਸੀਪੈਲਿਟੀਜ਼ ਦੇ ਵੀ ਕਾਸਟ ਬਹੁਤ ਹਾਈ ਹੋ ਚੱਲੀਆਂ, ਕਿਉਂਕਿ ਉਹਨਾਂ ਨੂੰ ਵੀ ਪਤਾ ਵੀ ਇਸ ਜਿਹੜੀ ਹੈਗੀ ਇੰਡਸਟਰੀ ਦੇ ਵਿੱਚ ਪੈਸੇ ਹੈਗੇ ਆ, ਜਾਂ ਇਹਨਾਂ ਨੂੰ ਲੋਕਾਂ ਨੂੰ ਪੈਸੇ ਬਣਦੇ ਆ। ਅਤੇ ਉਹਨਾਂ ਦੇ ਜਿਹੜੇ DCC ਵਗੈਰਾ ਵੀ ਹੈਗੀਆਂ, ਜਿਹੜੀਆਂ 25-25 ਹਜ਼ਾਰ ਤੋਂ DCC ਚੱਕ ਕੇ $1.5 ਲੱਖ ਹੋਈ ਫਿਰਦੀ ਆ DCC, ਕਿਉਂਕਿ ਦੇਅਰ ਥਿੰਕਿੰਗ ਵੀ ਜਿਹੜਾ ਡਿਵੈਲਪਰ ਆ ਉਹਨੂੰ ਹੁਣ ਲੋੜ ਆ ਇਹਦੀ, ਉਹ ਬਣਾਵੇ, ਅਸੀਂ ਕਾਹਨੂੰ ਇਹਦੀ ਕਾਸਟ ਫੋਰਫਿਟ ਕਰੀਏ, ਅਸੀਂ ਪਹਿਲਾਂ ਹੀ ਇਹਦੋਂ ਕਾਸਟ ਲੈ ਲਈਏ, ਇਹੀ ਸਾਈਡ ਵਾਕ ਬਣਾਵੇ, ਇਹੀ ਸਾਡੀਆਂ ਲਾਈਟਾਂ ਅੰਡਰਗਰਾਊਂਡ ਕਰੇ, ਇਹੀ ਸਾਡੇ ਇੱਥੇ ਟਰੀ ਲਾਵੇ, ਇਹੀ ਬਲਾਵਰਡ ਲਾਵੇ। ਪਰ ਜਿਹੜਾ ਡਿਵੈਲਪਰ ਆ ਉਹਨੇ ਪੈਸੇ ਤਾਂ ਪੱਲਿਓ ਨਹੀਂ ਪਾਉਣੇ, ਉਹਨੇ ਤਾਂ ਐਂਡ ਯੂਜ਼ਰ ਨੂੰ ਦੇਣੇ ਆ। ਸੋ ਕੰਜ਼ਿਊਮਰ pays at the end of it. It doesn't matter who collects that thing, ਪਰ ਉਹ ਕੰਜ਼ਿਊਮਰ ਐਂਡ 'ਤੇ ਪੇ ਕਰਦਾ। ਸੋ ਤੁਹਾਨੂੰ ਇਹ ਲੱਗਦਾ ਵੀ ਇਹਦੇ ਵਿੱਚ ਇੱਕ ਪੋਲੀਟੀਕਲ ਐਂਗਲ ਸ਼ਾਇਦ ਇਹ ਹੋ ਸਕਦਾ ਵੀ ਤਾਂ ਕਿ ਸਿਟੀ ਨੂੰ ਜ਼ਿਆਦਾ ਟੈਕਸ ਨਾ ਵਧਾਉਣਾ ਪਵੇ, ਕਿਉਂਕਿ ਜੇ ਉਹੀ ਇਨਫਰਾਸਟਰਕਚਰ ਸਿਟੀ ਆਪਣੇ ਕੋਲੋਂ ਬਣਵਾਏਗੀ ਤਾਂ ਉਹਨਾਂ ਨੂੰ ਆਪਣਾ ਬਜਟ ਐਕਸਪੈਂਡ ਕਰਨਾ ਪਏਗਾ। ਸਿਟੀ ਕੋਲ ਵੀ ਸੋਰਸ ਆਫ ਰੈਵਨਿਊ ਤਾਂ ਇਕਲੌਤਾ ਪ੍ਰੋਪਰਟੀ ਟੈਕਸਿਸ ਹੀ ਹੈ। ਸੋ ਉਹਨਾਂ ਨੂੰ ਪ੍ਰੋਪਰਟੀ ਟੈਕਸ ਵਧਾਉਣੇ ਪੈਣਗੇ ਰਾਦਰ ਦੈਨ ਡੂਇੰਗ ਦੈਟ। ਜੇ ਆਹ DCC ਵਧਾ ਦਿੱਤੀ ਜਾਂਦੀ ਆ, ਡਿਵੈਲਪਰ ਦੇ ਉੱਪਰ ਕਾਸਟ ਕਈ, ਪਰ ਡਿਵੈਲਪਰ ਨੇ ਅੱਗੇ ਉਹ ਪਾਸ ਔਨ ਕਰਤੀ ਪ੍ਰਾਈਸ ਆਫ ਦ ਯੂਨਿਟ ਦੇ ਰਾਹੀਂ ਬਾਇਰ ਨੂੰ, ਅਤੇ ਉੱਧਰੋਂ ਉਹ ਸੌਖਾ ਪੋਲੀਟੀਕਲੀ ਸੌਖਾ ਸੋਲਿਊਸ਼ਨ ਆ।
ਉਹ ਹੁਣ ਦੇਖੋ ਉਹ ਸਿੱਧੇ ਤਾਂ ਨਹੀਂ ਕਹਿ ਸਕਦੇ ਆਣ ਕੇ। ਹੁਣ ਮੈਂ ਇਹੋ ਜਿਹੀਆਂ ਸਿਟੀਆਂ ਨੂੰ ਵੀ ਜਾਣਦਾ ਜਿਨ੍ਹਾਂ ਕੋਲੇ ਮਿਲੀਅਨਸ ਡਾਲਰ ਸਰਪਲਸ ਪਏ ਆ ਜਸਟ ਬਿਕਾਜ਼ ਫਰਮ ਦ ਡਿਵੈਲਪਮੈਂਟ। ਹਾਂਜੀ, ਉਹ ਚਾਹੁੰਦੇ ਆ ਵੀ ਜਿਹੜੇ ਪੈਸੇ ਆ ਜਿਹੜੇ ਇਹ ਲਾਏ ਜਾਣ, ਜਿਹੜੇ ਕੈਪੀਟਲ ਪ੍ਰੋਜੈਕਟ 'ਤੇ ਲਾਏ ਜਾਣ। ਪਰ ਹੁਣ ਜਦੋਂ ਤੁਸੀਂ ਲੰਬਰ ਦੀ ਪ੍ਰਾਈਸ ਦੇਖ ਲੈਂਦੇ ਵੀ ਅੱਗ ਲੱਗੀ ਪਈ ਆ, ਸਿਟੀ ਦੀ ਕਾਸਟ ਡਿਵੈਲਪਮੈਂਟ ਆ, ਲੈਂਡ ਵੈਲਿਊ ਅਪ ਚਲੀ ਗਈ ਆ। ਟੈਕਨੀਕਲੀ ਤਾਂ ਆਪਾਂ ਇੱਕ ਤਰ੍ਹਾਂ ਦੇ ਜਿਹੜੇ ਬੰਦੇ ਨੇ ਘਰ 'ਚ ਵੀ ਜੇ ਤੁਹਾਡਾ ਘਰ ਆ ਫਾਰ ਐਗਜ਼ਾਮਪਲ, ਤੁਸੀਂ ਪਿਛਲੇ ਸਾਲ ਉਹ 8 ਲੱਖ ਸੀ ਉਹਦੀ ਵੈਲਿਊ, ਐਤਕੀ ਉਹ ਮਿਲੀਅਨ ਦੀ ਹੋ ਗਈ ਜੀ। ਤੁਸੀਂ ਐਕਸਾਈਟਡ ਆ ਵੀ ਮੇਰਾ ਘਰ ਮਿਲੀਅਨ ਦਾ ਹੋ ਗਿਆ, ਪਰ ਤੁਸੀਂ ਤਾਂ ਉਹਨੂੰ ਵੇਚਣਾ ਹੀ ਨਹੀਂ ਹੈਗਾ, ਤੁਸੀਂ ਤਾਂ ਜਾਣਾ ਹੀ ਨਹੀਂ ਕਿਤੇ, ਤੁਸੀਂ ਤਾਂ ਪੇਪਰ ਰਿਚ ਆ ਬੈਠੇ। ਪਰ ਜਿਹੜਾ ਟੈਕਸ ਸਿਟੀ ਟੈਕਸ ਦੇ ਰਹੇ ਆ ਉਹ ਤੁਸੀਂ ਮਿਲੀਅਨ ਤੇ ਦੇ ਰਹੇ ਆ, ਹੁਣ ਉਹ ਮਿਲੀਅਨ ਡਾਲਰ ਤੇ ਦੇਣਾ ਤੁਹਾਨੂੰ ਜੀ। ਸੋ ਟੈਕਨੀਕਲੀ ਜਿੰਨੀ ਪ੍ਰਾਈਸ ਇਨਫਲੇਟ ਹੋ ਰਹੀ ਆ ਉਨੇ ਹੀ ਖਰਚੇ ਤੁਹਾਡੇ ਵੱਧ ਰਹੇ ਆ। ਹਾਊਸ ਰਿਚ ਕੈਸ਼ ਪੂਅਰ ਵਾਲੀ ਜਿਹੜੀ ਗੱਲ ਆ ਉਹ ਜਿਹੜੀ ਸਕੁਈਜ਼ ਇੱਥੇ ਪੈਂਦੀ ਆ। ਅੱਛਾ, ਹੁਣ ਜੇ ਲੰਬਰ ਇੰਨੀ ਮਹਿੰਗੀ ਹੋ ਗਈ ਤੇ ਉਹ ਇੱਕ ਬਹੁਤ ਇੰਪੋਰਟੈਂਟ ਇਨਪੁਟ ਹੈ ਕੰਸਟਰਕਸ਼ਨ ਦੇ ਵਿੱਚ, ਤਾਂ ਕੀ ਕੋਈ ਅਜਿਹੀ ਤਬਦੀਲੀ ਵੀ ਆ ਸਕਦੀ ਹੈ ਕਿ ਲੰਬਰ ਤੋਂ ਹੀ ਪਾਸਾ ਵੱਟਿਆ ਜਾਵੇ ਇੰਡਸਟਰੀ ਵੱਲੋਂ? ਹੁਣ ਜਿਹੜੀ ICF ਹੈਗੀ ਆ ਜੀ, ਇਹ ਵੀ ਇੱਕ ਬਦਲਾਅ ਹੈਗਾ, ਸਟੀਲ ਵੀ ਇੱਕ ਬਦਲਾਅ ਹੈਗਾ ਇਹਦਾ। ਹਾਂਜੀ, ਹੁਣ ਜਿਹੜੀ ICF ਹੈਗੀ ਆ, ਜੇ ਤੁਸੀਂ ਲੰਬਰ, ਜੇ ਮੈਂ ਤੁਹਾਨੂੰ ਸ਼ੁਰੂ ਤੋਂ ਦੱਸਾਂ ਵੀ ਫਾਊਂਡੇਸ਼ਨ ਪਾਉਣ ਵੇਲੇ ਐਵਰੇਜ ਘਰ ਦੇ ਵਿੱਚ ਵਿਜੇ ਜੀ 25 ਫੁੱਟ ਚੌੜਾ ਘਰ ਤੇ 60 ਫੁੱਟ ਲੰਮਾ, ਉਹ 33 ਫੁੱਟੀ ਲਾਟ ਤੇ ਬਣਦੇ ਆ, ਸਟੈਂਡਰਡ ਘਰ ਕਹਿੰਦੇ ਉਹਨਾਂ ਨੂੰ ਜੀ। ਉਹਦੇ ਵਿੱਚ ਆਲਮੋਸਟ 3500 ਤੋਂ ਲੈ ਕੇ 4500 ਤੋਂ 5000 ਡਾਲਰ ਤੱਕ ਫਾਊਂਡੇਸ਼ਨ ਦੇ ਵਿੱਚ ਹੀ ਲੰਬਰ ਲੱਗ ਜਾਂਦਾ। ਕੁਛ ਉਹ 'ਚੋਂ ਸੇਵ ਹੋ ਜਾਂਦਾ ਜਿਹੜਾ ਤੁਸੀਂ ਗਾਂਹ ਵਰਤ ਲੈਂਦੇ ਆ, ਪਰ ਉਹ ਮੋਸਟਲੀ ਵਿੰਗਾ ਟੇਡਾ ਗਰਬਜ ਮੇਖਾਂ ਵਾਲਾ ਉੱਥੇ ਲੱਗ ਜਾਂਦਾ। ਹੁਣ ਇਹਦੇ ਵਾਸਤੇ ਜਿਹੜਾ ਹੈਗਾ ਉਹ ਆਲਮੋਸਟ 1500 ਡਾਲਰ ਦੇ ਲੰਬਰ ਨਾਲ ਸਰ ਜਾਂਦਾ ਕਈ ਵਾਰੀ। ਹਾਂਜੀ, ਨਾਲੇ ਦੂਜੀ ਗੱਲ ਇਹਦੇ ਅੰਦਰਲੇ ਪਾਸੇ ਤੁਹਾਨੂੰ ਸਰਵਿਸ ਵਾਲ ਨਹੀਂ ਬਣਾਉਣੀ ਪਈ, ਕੋਈ ਤੁਹਾਨੂੰ ਪਲਾਈਵੁੱਡ ਨਹੀਂ ਲਾਉਣੀ ਪਈ। ਸੋ ਜੇ ਤੁਸੀਂ ਰੀਅਲੀ ਬਹਿ ਕੇ ਇਹਨੂੰ ਆਫਸੈਟ ਕਰਦੇ ਆ, ਇਟਸ ਨਾਟ ਦਾ ਮਚ ਡਿਫਰੈਂਟ। ਸੋ ਜਿਹੜੀ ਇਹ ਟੈਕਨੋਲੋਜੀ ਆ ICF ਵਾਲੀ, ਇੰਟਰਨਲ ਵਾਲਸ ਦੇ ਵੱਲ ਵੀ ਆ ਸਕਦੀ ਹੈ? ਬਿਲਕੁਲ ਆ ਸਕਦੀ ਹੈ, ਪਰ ਛੋਟੇ ਘਰਾਂ ਦੇ ਵਿੱਚ ਕਾਮਯਾਬ ਨਹੀਂ ਹੋਣੀ, ਕਿਉਂਕਿ ਘਰ ਵਾਲ ਮੋਟੀ ਹੋ ਜਾਂਦੀ ਹੈ। ਇਹਦੀ ਵਾਲ ਆਲਮੋਸਟ 12 ਇੰਚ ਦੀ ਹੋ ਜਾਂਦੀ ਆ, ਕਿਉਂਕਿ ਮੈਂ ਕਿਹਾ 6 ਇੰਚ ਦਾ ਇਹਦੇ ਵਿੱਚ ਪੋਰ ਹੁੰਦਾ ਕੰਕਰੀਟ ਕਿ ਜ਼ਿਆਦਾ? 6 ਤੋਂ 8 ਇੰਚ ਹੁੰਦੀ ਹੈ। 6 ਤੋਂ 8 ਇੰਚ, ਹਾਂਜੀ। ਤੇ ਬਾਕੀ ਜਿਹੜੀ ਬਾਹਰ ਉਹਦੇ ਫੋਮ ਲੱਗੀ ਹਾਂ, ਉਹਦੀ ਵੀ ਜਗ੍ਹਾ ਹੈਗੀ, ਉਹਦੀ ਹੈਗੀ। ICF ਦੇ ਜਿਹੜੇ ਵੈਸਟ ਕੋਸਟ ICF ਵਾਲੇ ਰੈਂਡੀ ਨੂੰ ਮੈਂ ਇੱਕ ਵਾਰੀ ਆਪਣਾ ਨਾ ਇੱਕ ਪੁਰਾਣਾ ਪਲਾਨ ਜਿਹੜਾ ਮੈਂ ਰੀਸੈਂਟਲੀ ਘਰ ਫਿਨਿਸ਼ ਕੀਤਾ ਸੀਗਾ, ਉਹਦਾ ਪਲਾਨ ਮੈਂ ਉਹਨਾਂ ਨੂੰ ਭੇਜਿਆ ਜੀ, ਕਿਉਂਕਿ ਉਹਦੇ ਤਾਂ ਨੰਬਰ ਮੇਰੇ ਕੋਲ ਸੀਗੇ। ਮੈਂ ਕਿਹਾ ਜੀ ਇਹਦੇ ਮੈਨੂੰ ਹੁਣ ਤੁਸੀਂ ICF ਦੇ ਵਿੱਚ ਫਾਊਂਡੇਸ਼ਨ ਦੇ ਨੰਬਰ ਕੱਢ ਕੇ ਦੇਖੋ ਜੀ। 1700 ਤੇ $25 ਡਿਫਰੈਂਸ ਆਇਆ ਸੀ ਸਾਰਾ ਹੀ ਬੇਸਮੈਂਟ ਦਾ ਅਲੋਨ ਜੀ। ਹੁਣ ਤੁਸੀਂ ਇਹ ਦੇਖੋ ਵੀ ਹਾਂ, ਉਹਦੇ ਵਿੱਚ ਜਿਹੜੀ ਹੱਥ ਨਹੀਂ ਖੁੱਲਿਆ ਹਜੇ, ਜਿਹੜੀ ਗੱਲ ਹੈ ਨਾ ਮੁੰਡਿਆਂ ਦਾ, ਹਜੇ ਇੱਕ ਵਾਰੀ ਜਦੋਂ ਹੱਥ ਖੁੱਲ ਗਿਆ ਫਿਰ ਇਹ, ਪਰ ਇਹ ਚਾਹੀਦਾ ਆਪਾਂ ਨੂੰ, ਕਿਉਂਕਿ ਦਿਸ ਇਜ਼ ਦ ਨਿਊ ਫਿਊਚਰ। ਜੇ ਆਪਾਂ ਟੈਕਨੋਲੋਜੀ ਦੇ ਨਾਲ ਚੇਂਜ ਨਾ ਕਰਾਂਗੇ ਆਪਾਂ ਪਿੱਛੇ ਰਹਿ ਜਾਵਾਂਗੇ। ਅੱਛਾ ਤਾਜ ਜੀ, ਹੁਣ ਇਹ ਦੱਸੋ ਵੀ ਜਿਹੜੀ ਹੋਮ ਵਾਰੰਟੀ ਆ, ਇਹਦੇ ਵਿੱਚ ਕਿਸ ਤਰ੍ਹਾਂ ਦੀਆਂ ਹੁਣ ਤਬਦੀਲੀਆਂ ਆ ਰਹੀਆਂ ਨੇ, ਅਤੇ ਉਹਦੇ 'ਚ ਕਿਸੇ ਤਰ੍ਹਾਂ ਦੇ ਚੈਲੰਜਸ ਵੀ ਨੇ ਹੁਣ ਜਿਸ ਹਿਸਾਬ ਦੀ ਕੰਸਟਰਕਸ਼ਨ ਚੱਲਦੀ ਆ ਉਹਨੂੰ ਲੈ ਕੇ? ਬਿਲਕੁਲ ਵਿਜੇ, ਇੱਕ ਤਾਂ ਜਿਹੜੀ ਹੋਮ ਵਾਰੰਟੀ ਆ ਉਹ ਕਾਫੀ ਚਿਰ ਤੋਂ ਆਪਣੇ ਹੈਗੀ ਆ, 99 ਤੋਂ, ਸੋ ਕਾਫੀ ਜਣੇ ਉਹਨੂੰ ਫੈਮੀਲੀਅਰ ਹੈਗੇ ਆ। ਪਰ ਅਗੇਨ ਉਹਦੇ 'ਚ ਚੇਂਜਸ ਆਉਂਦੀਆਂ ਰਹਿੰਦੀਆਂ, ਜਿੱਦਾਂ ਟੈਕਨੋਲੋਜੀ ਚੇਂਜ ਹੁੰਦੀ ਆ ਉਹਦੇ ਕੰਸੀਕੁਐਂਸਿਸ ਵੀ ਆਉਂਦੇ ਆ ਜੀ। ਹੁਣ ਜਿਹੜੀ ਘਰ ਜਿਹੜੇ ਹੈਗੇ ਬਹੁਤ ਕੰਪਲੀਕੇਟਡ ਆ, ਇਹਨਾਂ ਦੇ ਵਿੱਚ ਕਾਫੀ ਚੀਜ਼ਾਂ ਨਵੀਆਂ ਹੁੰਦੀਆਂ, ਘਰ ਇੰਨੇ ਸਿੰਪਲ ਨਹੀਂ ਹੈਗੇ। ਮੈਂ ਹਮੇਸ਼ਾ ਕਹਿੰਦਾ ਨਾ ਵੀ ਜਿੰਨਾ ਤੁਸੀਂ ਗਾਂ ਕੰਪਲੀਕੇਟਡ ਬਣਾਈ ਜਾਂਦੇ ਹੋ, ਉਨੀਆਂ ਪ੍ਰਾਬਲਮਸ ਕ੍ਰੀਏਟ ਹੋਈ ਜਾਂਦੀਆਂ ਉਹਨੂੰ ਜੀ, ਕਿਉਂਕਿ ਆਬਵੀਅਸਲੀ ਜਿੰਨੀਆਂ ਤੁਸੀਂ ਉਹ ਚੀਜ਼ਾਂ ਐਡ ਕਰੀ ਜਾਣੀਆਂ ਉਨੇ ਹੀ ਫੇਲੀਅਰ ਦੇ ਚਾਂਸ ਵਧੀ ਜਾਂਦੇ ਉਹਦੇ। ਅਤੇ ਇੱਕ ਇਹਦੀ ਜਿਹੜੀ ਹੈਗੀ ਆ ਹੁਣ ਪ੍ਰਾਈਸਿਸ ਦਾ ਜਿਹੜਾ ਹੁੰਦਾ ਇਹ ਬਹੁਤ ਵੱਡਾ ਇਫੈਕਟ ਪੈਂਦਾ। ਜਦੋਂ ਮੈਂ ਉਸ ਸਿਸਟਮ 'ਚ ਹੁੰਦਾ ਸੀ ਨਾ ਜੀ, ਆਪਣਾ 2014 ਤੱਕ, ਜਦੋਂ ਪ੍ਰਾਈਸਿਸ ਉੱਪਰ ਜਾਂਦੀਆਂ ਨਾ ਵਿਜੇ ਜੀ, ਉਦੋਂ ਜਦੋਂ ਜਾ ਕੇ ਇੱਕ ਤਰ੍ਹਾਂ ਸਟੇਬਲ ਹੋ ਜਾਂਦੀਆਂ, ਫਿਰ ਸਾਨੂੰ ਇਸ਼ੂ ਬਹੁਤ ਆਉਂਦੇ ਸੀਗੇ। ਕਿਉਂਕਿ ਜਿਹੜਾ ਬੰਦੇ ਨੇ ਘਰ ਲਿਆ 25 ਲੱਖ ਦਾ, 35 ਲੱਖ ਦਾ, ਉਹ ਜਦੋਂ ਉਹਦਾ ਘਰ ਘੱਟ ਕੇ 22 ਲੱਖ ਦਾ ਰਹਿ ਗਿਆ, ਫਿਰ ਉਹਨੇ ਉਹਦੇ 'ਚ ਕੋਈ ਨਾ ਕੋਈ ਲੱਭਣੇ ਆ ਵੀ ਮੈਂ ਯਾਰ ਮੈਨੂੰ ਠੀਕ ਨਹੀਂ ਲੱਗਾ। ਜਿੰਨਾ ਚਿਰ ਤਾਂ ਪ੍ਰਾਈਸ ਚੜ੍ਹਦੀ ਉਹਨੇ ਚਿਰ ਤਾਂ ਸਾਰੇ ਖੁਸ਼ ਹੁੰਦੇ ਆ, ਜਦੋਂ ਪ੍ਰਾਈਸ ਸਟੇਬਲ ਹੋ ਜਾਂਦੀ ਫਿਰ ਉਹ ਪਿੱਛੇ ਨੂੰ ਹੋਣ ਲੱਗ ਪੈਂਦਾ ਕੰਮ। ਸੋ ਮੈਂ ਬਿਲਡਰਸ ਨੂੰ ਹਮੇਸ਼ਾ, ਹੋਮ ਓਨਰਸ ਨੂੰ ਇਹ ਕਹੂੰਗਾ ਵੀ ਜਦੋਂ ਵੀ ਤੁਸੀਂ ਨਵਾਂ ਘਰ ਲੈ ਰਹੇ ਆ ਅੱਜ ਦੀ ਮਾਰਕੀਟ ਦੇ ਵਿੱਚ ਜਿੱਥੇ ਅੱਗ ਲੱਗੀ ਹੋਈ ਆ, ਵੀ ਪੂਰਾ ਆਪਦਾ ਡਿਊ ਡਿਲੀਜੈਂਸ ਕਰਕੇ, ਵਾਕ ਥਰੂ ਕਰਕੇ ਲਿਸਟ ਬਣਾਓ। ਮੂਵ ਹੋਣ ਤੋਂ ਪਹਿਲਾਂ ਜੇ ਕੋਈ ਕੰਮ ਕਰਵਾਉਣ ਵਾਲੇ ਆ, ਬਿਲਡਰ ਨੂੰ ਆਪਦੀ ਲਿਸਟ ਦਿਓ ਵੀ ਆਹ ਕੰਮ ਕਰਵਾ ਕੇ ਦਿਓ, ਔਰ ਉਹਦਾ ਪੂਰਾ ਰੈਕਡ ਰੱਖੋ। ਸੇਮ ਥਿੰਗ ਫॉर ਦ ਬਿਲਡਰ। ਜੇ ਤੁਸੀਂ ਕਾਹਲੀ ਦੇ ਵਿੱਚ ਕੰਜ਼ਿਊਮਰ ਨੂੰ ਘਰ ਦੇਤਾ ਅਤੇ ਘਰ ਤੁਹਾਡਾ ਹਾਫ ਫਿਨਿਸ਼ ਆ, ਉਹ ਤੁਹਾਨੂੰ ਲੇਟਰ ਟਰਬਲ ਦੇ ਸਕਦਾ, ਕਿਉਂਕਿ ਉਹਦੇ ਕਲੇਮ ਬਣ ਸਕਦੇ ਉਹਦੇ ਮੁੜ ਕੇ ਜੀ। ਦੂਸਰੀ ਗੱਲ ਇਹ ਆ ਵੀ ਜਿਹੜੇ ਲਾਇਸੈਂਸਿੰਗ ਅੱਜ ਕੱਲ੍ਹ ਵਿਜੇ ਜੀ ਉਹ ਬਹੁਤ ਟਫ ਆ। ਜਿਹੜੇ ਨਵੇਂ ਲਾਇਸੈਂਸ ਲੈਣੇ ਉਹ ਵੀ, ਅਤੇ ਜਿਹੜੇ ਐਗਜ਼ਿਸਟਿੰਗ ਆ ਉਹਨੂੰ ਅਪਕੀਪ ਰੱਖਣਾ ਵੀ ਜੀ। ਅੱਗੇ ਇਹਨਾਂ ਦਾ ਹੁੰਦਾ ਸੀਗਾ ਵਿਜੇ ਵੀ ਜੇ ਤੁਹਾਡੇ ਕੋਲ ਲਾਇਸੈਂਸ ਹੈਗਾ ਅਤੇ ਤੁਸੀਂ 6 ਮਹੀਨੇ ਰਿਨਿਊ ਨਹੀਂ ਨਾ ਕਰਾਇਆ, ਅਤੇ ਉਹਦੀ ਨੋਮੀਨਲ ਜੀ ਆਈ ਥਿੰਕ $100 ਐਕਸਟਰਾ ਫੀਸ ਹੁੰਦੀ ਸੀ, ਤੁਸੀਂ ਦੇ ਕੇ ਅਤੇ ਉਹਨੂੰ ਰਿਨਿਊ ਕਰਾ ਲਓ ਜੀ। ਹੁਣ ਤਾਂ ਇਹਨਾਂ ਨੇ ਜੇ ਇੱਕ ਦਿਨ ਵੀ ਤੁਸੀਂ ਓਵਰ ਡਿਲੇ ਆ ਨਾ, ਤੁਹਾਨੂੰ ਚੱਕ ਕੇ ਨਵੀਂ ਕੈਟਾਗੋਰੀ 'ਚ ਪਾ ਦਿੰਦੇ ਹੈ। ਜਿਹੜੀ ਨਵੀਂ ਕੈਟਾਗੋਰੀ ਦੇ ਵਿੱਚ ਤੁਹਾਨੂੰ 7 ਕੋਰਸ ਕਰਨੇ ਪੈਂਦੇ ਆ, 2 ਸਾਲ ਦਾ ਪ੍ਰੂਵਨ ਐਕਸਪੀਰੀਅੰਸ ਸ਼ੋ ਕਰਨਾ ਪੈਂਦਾ,
ਪਲੱਸ 7 ਤੋਂ 8 ਮਹੀਨੇ ਦਾ ਟਾਈਮ ਆ ਤੁਹਾਡਾ ਦੁਬਾਰਾ ਲਾਇਸੈਂਸ ਰੀਇਨਸਟੇਟ ਹੋਣ ਦੇ ਵਿੱਚ। ਸੋ ਮੈਂ ਸਾਰੇ ਬਿਲਡਰਾਂ ਨੂੰ ਇਹੀ ਕਹੂੰਗਾ ਵੀ ਜਿਹਦੇ ਕੋਲ ਵੀ ਲਾਇਸੈਂਸ ਹੈਗਾ, ਬਜਾਏ ਕਿ ਇੱਕ ਦਿਨ ਲੇਟ ਰਿਨਿਊ ਕਰਾਉਣ ਦੇ 1 ਮਹੀਨਾ ਪਹਿਲਾਂ ਹੀ ਰਿਨਿਊ ਕਰਾ ਲਓ। ਫੋਨ 'ਚ ਰਿਮਾਈਂਡਰ ਪਾ ਲਓ ਐਂਡ ਉਹਨੂੰ ਕਹੋ ਰਿਮਾਈਂਡ ਮੀ ਅ ਮੰਥ ਇਨ ਐਡਵਾਂਸ। ਸ਼ੋਰ, ਕਿਉਂਕਿ ਦੇਖੋ ਤੁਹਾਡਾ ਲਾਈਵਲੀਹੁੱਡ ਹੈ, ਨੋ ਡਿਫਰੈਂਟ ਦੈਨ ਡਰਾਈਵਰਸ ਲਾਇਸੈਂਸ। ਸਹੀ ਗੱਲ ਹੈ, ਸਹੀ ਗੱਲ ਹੈ। ਜੇ ਤੁਸੀਂ ਬਿਜ਼ਨਸ ਹੀ ਇਹ ਕਰਦੇ ਆ ਨਾ, ਇਹ ਚੀਜ਼ ਨੂੰ ਪਹਿਲਾਂ ਹੀ ਕਰੋ। ਔਰ ਜੇ ਤੁਹਾਨੂੰ ਕੋਈ ਇਸ਼ੂ ਆਉਂਦਾ, ਘਰ ਵਾਲੇ ਲੋਕ ਕੰਪਲੇਂਟ ਆਈ ਆ, ਟੇਕ ਇਟ ਸੀਰੀਅਸ ਜੀ, ਉਹਨੂੰ ਫਾਲੋ ਕਰੋ। ਜਿਹੜੀ ਤੁਹਾਡੀ ਆ ਦੁੱਧ ਦਾ ਦੁੱਧ, ਪਾਣੀ ਦਾ ਪਾਣੀ, ਉਹਨੂੰ ਫਾਲੋ ਕਰੋ ਜੀ। ਔਰ ਮੇਨ ਥਿੰਗ ਜਿਹੜੀ ਚੀਜ਼ ਮੈਂ ਸਿੱਖੀ ਆ ਵਿਜੇ ਜੀ, ਆਪਦੇ ਬਿਜ਼ਨਸ 'ਚ ਵੀ ਤੇ ਵਾਰੰਟੀ ਵਾਲੀ ਸਾਈਡ ਤੋਂ ਵੀ ਜਿਹੜਾ ਹੋਮ ਵਾਰੰਟੀ ਦੇ ਜੇ ਤੁਹਾਨੂੰ ਅਗਰ ਕੋਈ ਕੰਪਲੇਂਟ ਆਉਂਦੀ ਆ ਤੇ ਉਹਦੇ ਨਾਲ ਕਮਿਊਨੀਕੇਸ਼ਨ ਓਪਨ ਰੱਖੋ। ਜਿਹੜਾ ਬੰਦਾ ਤੁਹਾਡੀ ਹੋਮ ਵਾਰੰਟੀ ਵਾਲੀ ਸਾਈਡ ਤੋਂ ਫਾਈਲ ਫਾਲੋ ਕਰ ਰਿਹਾ ਨਾ, ਉਹਦੇ ਨਾਲ ਓਪਨ ਕਮਿਊਨੀਕੇਸ਼ਨ ਰੱਖੋ। ਉਹਨੂੰ ਦੱਸਦੇ ਰਹੋ ਵੀ ਮੈਂ ਉੱਥੇ ਗਿਆ ਸੀ, ਮੈਂ ਆਹ ਚੀਜ਼ ਕਰਕੇ ਆਇਆ, ਮੈਨੂੰ ਅੱਜ ਵੈਦਰ ਕਰਕੇ ਆਹ ਨਹੀਂ ਕੀਤੀ, ਮੈਨੂੰ ਹੋਮ ਓਨਰ ਨੇ ਐਕਸੈਸ ਨਹੀਂ ਦਿੱਤਾ, ਜਾਂ ਮੈਂ ਉੱਥੇ ਗਿਆ ਸੀ, ਦਿਸ ਇਜ਼ ਮਾਈ ਡੀਲਿੰਗ ਜੀ। ਅਗਰ ਜੇ ਤੁਸੀਂ ਨੈਗਲੀਜੈਂਟ ਹੋ ਜਾਂਦੇ ਆ, ਫਿਰ ਤੁਹਾਡਾ ਕਲੇਮ ਬਣਦਾ। ਹਾਂਜੀ, ਇਹ ਚੀਜ਼ਾਂ ਬਹੁਤ ਜ਼ਰੂਰੀ ਆ ਜੀ। ਹਾਂਜੀ ਤਾਂ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਵੀ ਇਨਫੋਰਮੇਸ਼ਨ ਇਸ ਫੀਲਡ ਦੇ ਵਿੱਚ, ਇਸ ਟੌਪਿਕ 'ਤੇ ਇੰਨੀ ਵੈਸਟ ਹੈਗੀ ਆ, ਪਰ ਇਹ ਜਾਣਕਾਰੀ ਕਿਉਂਕਿ ਟੈਕਨੀਕਲ ਬਹੁਤ ਹੁੰਦੀ ਆ, ਤੁਸੀਂ ਬਹੁਤ ਹੀ ਸਾਦੇ ਸ਼ਬਦਾਂ ਦੇ ਵਿੱਚ ਉਹਨੂੰ ਇਸ ਹਿਸਾਬ ਨਾਲ ਐਕਸਪਲੇਨ ਕਰਦੇ ਹੋ ਕੀਤਾ ਕਿ ਸਾਰੇ ਸੁਣਨ ਵਾਲਿਆਂ ਵਾਸਤੇ ਉਹ ਕਈਆਂ ਵਾਸਤੇ ਨਵੀਂ ਲਰਨਿੰਗ ਬਹੁਤ ਕੁਝ ਸੀਗੀ ਇਹਦੇ 'ਚ। ਸੋ ਥੈਂਕ ਯੂ ਵੈਰੀ ਮਚ, ਥੈਂਕ ਯੂ ਫॉर योर ਟਾਈਮ। ਥੈਂਕ ਯੂ ਜੀ, ਤੁਹਾਡਾ ਥੈਂਕ ਯੂ ਫॉर योर ਐਕਸਪਰਟੀਜ਼ ਆਲਸੋ। ਨੋ ਪ੍ਰੋਬਲਮ। ਤੁਹਾਡਾ ਤੇ ਕਨੈਕਟ FM ਦਾ ਬੁਲਾਵਾ ਦੇਣ ਵਾਸਤੇ ਫਿਰ ਵੀ ਜਦੋਂ ਲੋੜ ਹੋਵੇ ਮੈਨੂੰ ਫੋਨ ਕਾਲ ਹੋਵੇ ਜੀ। ਬਹੁਤ ਬਹੁਤ ਧੰਨਵਾਦ, ਥੈਂਕ ਯੂ ਵੈਰੀ ਮਚ। ਥੈਂਕ ਯੂ ਜੀ।